ਤੁਹਾਡੇ ਤੱਕ ਵੀ ਇਹ ਖਬਰਾਂ ਪਹੁੰਚੀਆਂ ਹੋਣ, ਚਾਹੇ ਪੰਜਾਬ ਨੂੰ ਲੈ ਲਈਏ, ਦਿੱਲੀ ਨੂੰ ਲੈ ਲਈਏ, ਉੱਥੇ ਬਾਹਰ ਖੜੇ ਜਿਹੜੇ ਉਹ ਬੱਚਿਆਂ ਦੇ ਜਿਹੜੇ ਉਹਨਾਂ ਦੇ ਨਾਲ ਦੇ ਸੀ ਉਹ ਪ੍ਰੋਟੈਸਟ ਕਰ ਰਹੇ ਨੇ ਵੀ ਸਾਡੀਆਂ ਫਾਈਲਾਂ ਨਹੀਂ ਚੱਕੀਆਂ ਜਾ ਰਹੀਆਂ ਲਾਸਟ ਈਅਰ ਵਾਲੀਆਂ, ਜਦ ਕਿ ਜਿਹੜੇ ਲੇਟੈਸਟ ਜਿਹੜੇ ਬੱਚੇ ਗਏ ਨੇ ਜਿਵੇਂ ਜਿਨ੍ਹਾਂ ਨੂੰ 6 ਮਹੀਨੇ ਹੋ ਗਏ ਜਾਂ ਸਾਲ ਹੋ ਗਏ ਉਹਨਾਂ ਦੀਆਂ ਫਾਈਲਾਂ ਨੂੰ ਤੁਸੀਂ ਮਤਲਬ ਪਹਿਲ ਦੇ ਰਹੇ ਹੋ। ਜਿਹੜੀ ਨਵੀਆਂ ਐਪਲੀਕੇਸ਼ਨ ਹੁਣ ਅਸੀਂ ਲੈ ਰਹੇ ਹਾਂ ਜੀ ਇੱਥੇ ਕੈਨੇਡਾ ਦੇ ਵਿੱਚ, ਉਹ ਕੈਨੇਡਾ ਦੇ ਵਿੱਚ ਕੀ ਹੈਗਾ ਕਿ ਅਸੀਂ ਉਹਨੂੰ ਡਿਜੀਟਾਈਜ਼ ਕਰ ਰਹੇ ਹਾਂ ਜੀ। ਪਹਿਲੀ ਗੱਲ ਤਾਂ ਜੇ ਇਲੈਕਟ੍ਰੋਨਿਕ ਐਪਲੀਕੇਸ਼ਨ ਇਹ ਤਾਂ ਜਿੱਥੇ ਮਰਜ਼ੀ ਬੈਠ ਕੇ ਤੁਸੀਂ ਪ੍ਰੋਸੈਸ ਕਰ ਰਹੇ ਹੋ ਕਲੀਅਰ ਹੋ ਰਹੀ ਹੈ, ਜੇ ਉਹ ਨਹੀਂ ਹੈਗੀ ਤਾਂ ਅਸੀਂ ਡਿਜੀਟਾਈਜ਼ ਕਰ ਰਹੇ ਹਾਂ। ਸੋ ਇਸ ਕਰਕੇ ਜਿਹੜੀਆਂ ਬਹੁਤ ਪੁਰਾਣੀਆਂ ਐਪਲੀਕੇਸ਼ਨਸ ਨੇ, ਜੇ ਉਹ ਪੇਪਰ ਐਪਲੀਕੇਸ਼ਨ ਸੀਗੀਆਂ ਉਸ ਵੇਲੇ, ਤਾਂ ਉਹ ਪੇਪਰ ਐਪਲੀਕੇਸ਼ਨ ਇਸ ਵੇਲੇ ਐਕਸੈਸ ਨਹੀਂ ਹੋ ਰਹੀਆਂ। ਦੇਖੋ ਜਿਹੜੀ ਮੇਨ ਗੱਲ ਤਾਂ ਇਹ ਸੀਗੀ ਕਿ ਪਹਿਲੀ ਗੱਲ ਤਾਂ ਜਦੋਂ ਵੀਜ਼ਾ ਮਿਲਿਆ ਸੀਗਾ ਅਸੀਂ ਵੇਟ ਕਰਦੇ ਰਹਿੰਦੇ ਹਾਂ ਜੀ, ਠੀਕ ਹੈ ਨਾ। ਵੀਜ਼ਾ ਮਿਲਿਆ ਨਹੀਂ ਤੇ ਤੁਸੀਂ ਕਿਹੜੇ ਰਹਿਣਾ ਚਾਹੀਦਾ ਇਹਨਾਂ ਹਾਲਾਤਾਂ 'ਚ ਜੀ, ਠੀਕ ਹੈ ਨਾ। ਜਿਹੜੇ ਬੈਠੇ ਵੇਟ ਕਰਦੇ ਰਹਿੰਦੇ ਜੀ, ਅਸੀਂ ਤਾਂ ਸੋਚਦੇ ਸੀ ਅਗਲੇ ਹਫ਼ਤੇ ਨਹੀਂ ਤਾਂ ਅਗਲੇ ਹਫ਼ਤੇ ਚਲੇ ਜਾਵਾਂਗੇ, 2 ਹਫ਼ਤੇ ਮਿਲ ਜਾਣਾ ਹੈ, ਅਸੀਂ ਚਾਚੇ ਨੂੰ ਮਿਲ ਜਾਣਾ। ਉਹ ਜਿਹੜਾ ਭੂਆ ਚਾਚੇ ਨੂੰ ਮਿਲਣ ਵਾਲਾ ਕੰਮ ਉਹ ਵਿੱਚ ਰਹਿ ਗਿਆ। ਹੋਟਲ ਦੇ ਵਿੱਚ ਦਿੰਦੇ ਆਪਾਂ ਜਦੋਂ 에ਅਰਪੋਰਟ ਤੇ ਆਪਣਾ ਆ ਕੇ ਟੈਸਟ ਹੋ ਜਾਂਦਾ ਜੀ, ਉਹਦੇ ਵਿੱਚ ਆਪਾਂ ਇਹ ਦੇਖਿਆ ਜਾਂਦਾ ਵੀ ਸਾਡਾ ਨੈਗੇਟਿਵ ਹੋਣਾ ਜਾਂ ਪੋਜ਼ੀਟਿਵ ਹੋਣਾ, ਪਰ ਉਹਦੇ ਬਾਅਦ ਵਾਲੇ ਜਿਹੜੇ 11 ਦਿਨ ਆ ਉਹ ਕਾਲਜ ਕੰਨੀਆਂ ਦਿੱਤੇ ਜਾਂਦੇ ਨੇ। ਔਰ ਕਈਆਂ ਦੀ ਇਹ ਸ਼ਿਕਾਇਤ ਹੁੰਦੀ ਆ ਵੀ ਸਾਨੂੰ ਜਿਵੇਂ ਕਜੀਜੀ ਵਗੈਰਾ ਤੇ ਲੱਗਿਆ ਹੁੰਦਾ ਵੀ ਸਾਡੇ ਕੋਲੇ ਆ ਕਰੋ, ਇੱਕ ਕਮਰੇ ਦੇ ਵਿੱਚ 4 ਜਣਿਆਂ ਨੂੰ ਵਾਰ ਦਿੰਦੇ ਆ। ਇਹਦੇ ਬਾਰੇ ਮਤਲਬ ਕਿਉਂ ਨਹੀਂ ਕੋਈ ਸਖਤੀ ਹੋ ਰਹੀ ਜੀ? ਇੰਟਰਨੈਸ਼ਨਲ ਜਿਹੜਾ ਵੀ ਟਰੈਵਲਰ ਕੈਨੇਡਾ ਦੇ ਵਿੱਚ ਆਉਂਦਾ ਉਹਨਾਂ ਦਾ ਮੈਂਡੇਟਰੀ, ਪਹਿਲਾਂ ਤਾਂ ਮੈਂਡੇਟਰੀ ਟੈਸਟ ਉਹਨਾਂ ਨੂੰ ਉੱਥੋਂ ਕਰਵਾਉਣਾ ਪਊਗਾ, ਉਸ ਤੋਂ ਬਾਅਦ ਜਿਹੜਾ ਮੈਂਡੇਟਰੀ ਟੈਸਟ ਹੈਗਾ ਜਦੋਂ ਕੈਨੇਡਾ ਦੇ ਵਿੱਚ ਉਤਰਦੇ ਆ ਤਾਂ ਉਦੋਂ ਹੁੰਦਾ ਹੈਗਾ। ਔਰ ਇਹੀ ਕਾਰਨ ਸੀ ਇੰਡੀਆ ਤੇ ਪਾਕਿਸਤਾਨ ਦੀਆਂ ਫਲਾਈਟਸ ਰੀਸੈਂਟਲੀ ਜਿਹੜੀਆਂ ਨੇ ਉਹ ਬੰਦ ਕਰਤੀਆਂ ਗਈਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਸਵਾਗਤ ਜੀ। ਅੱਜ ਸਾਡੇ ਨਾਲ ਮੈਂਬਰ ਪਾਰਲੀਮੈਂਟ ਜੋ ਕਿ ਬ੍ਰਿਟਿਸ਼ ਕੋਲੰਬੀਆ ਤੋਂ, ਸਰੀ ਤੋਂ, ਨਿਊਟਨ ਤੋਂ ਮੈਂਬਰ ਪਾਰਲੀਮੈਂਟ ਨੇ, ਸੁਖ ਧਾਰੀਵਾਲ ਸਾਹਿਬ ਅੱਜ ਸਾਡੇ ਨਾਲ ਨੇ। ਔਰ ਇਹਨਾਂ ਨਾਲ ਅਸੀਂ ਜਿਹੜੇ ਮੌਜੂਦਾ ਹਾਲਾਤ ਨੇ ਅੱਜ ਦੇ ਟਾਈਮ ਦੇ ਵਿੱਚ, ਜਿਹੜੀ ਜਿਵੇਂ ਚਾਹੇ ਉਹ ਇੰਡੀਆ ਹੋਵੇ, ਚਾਹੇ ਕੈਨੇਡਾ ਹੋਵੇ, ਅਤੇ ਚਾਹੇ ਅਮਰੀਕਾ ਹੋਵੇ, ਕੋਈ ਵੀ ਕੰਟਰੀ ਹੋਵੇ ਜਿੱਥੇ ਸਾਰੇ ਇਸ ਕੋਵਿਡ ਮਹਾਂਮਾਰੀ ਨਾਲ ਦੁਬਾਰਾ ਤੋਂ ਫਿਰ ਲੋਕਡਾਊਨ ਲੱਗਣੇ ਸ਼ੁਰੂ ਹੋ ਗਏ ਨੇ, ਦੁਬਾਰਾ ਤੋਂ ਫਿਰ ਉਹੀ ਸਥਿਤੀ ਆ ਗਈ ਹੈ ਜੋ ਲਾਸਟ ਈਅਰ ਸੀ। ਸੋ ਇਹਨਾਂ ਤੋਂ ਅਸੀਂ ਅੱਜ ਇਸ ਬਾਰੇ ਜਾਣਾਂਗੇ ਵੀ ਉੱਥੇ ਕੀ ਹਾਲਾਤ ਨੇ ਔਰ ਕਿਸ ਤਰ੍ਹਾਂ ਦੀ ਇਹ ਜਿਹੜੇ ਲੋਕਡਾਊਨ ਆ ਕਿੰਨਾ ਲੰਬਾ ਚੱਲੇਗਾ। ਸੋ ਸੁਖ ਜੀ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੁਪਿੰਦਰ ਸਿੰਘ ਜੀ, ਮੇਰੇ ਵੱਲੋਂ ਤੁਹਾਨੂੰ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ। ਸੁਖ ਜੀ, ਇਹ ਦੱਸੋ ਪਹਿਲਾਂ, ਸਭ ਤੋਂ ਪਹਿਲਾਂ ਤਾਂ ਜੀ ਬਈ ਜਿਹੜਾ ਜੇ ਆਪਾਂ ਬ੍ਰਿਟਿਸ਼ ਕੋਲੰਬੀਆ ਜਾਂ BC ਦੀ ਗੱਲ, ਸਰੀ ਦੀ ਗੱਲ ਕੀਤੀ ਜਾਵੇ, ਕਿੱਦਾਂ ਦੇ ਹਾਲਾਤ ਆ ਜੀ ਇੱਥੇ, ਦੱਸੋ ਤੁਸੀਂ। ਦੇਖੋ ਜਿਹੜੇ ਹਾਲਾਤ ਨੇ ਹੈ ਤਾਂ ਬੜੇ ਖਤਰਨਾਕ ਨੇ, ਪਰ ਗਵਰਨਮੈਂਟ ਜਿਹੜੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ। ਫੈਡਰਲ ਗਵਰਨਮੈਂਟ ਦੀ ਸਾਡੀ ਕੋਸ਼ਿਸ਼ ਆ ਵੀ ਜਿੰਨੀ ਜਲਦੀ ਤੋਂ ਜਲਦੀ ਜਿਹੜੀ ਆ ਉਹ ਵੈਕਸੀਨ ਅਸੀਂ ਸਿਕਿਉਰ ਕਰਕੇ ਜਿਹੜੀ ਸੂਬਿਆਂ ਨੂੰ ਦੇ ਦਈਏ, ਔਰ ਸੂਬੇ ਜਿਹੜੇ ਹੈਗੇ ਆ ਉਹਨੂੰ ਐਡਮਿਨਿਸਟਰ ਕਰ ਰਹੇ ਨੇ, ਤੇ ਉਹ ਜਿਹੜੀ ਵੈਕਸੀਨ ਹੈਗੀ ਆ ਉਹ ਲੋਕਾਂ ਦੀ ਬਾਂਹ ਦੇ ਵਿੱਚ ਲੱਗ ਜਾਵੇ। ਔਰ ਵੱਡੀ ਗਿਣਤੀ ਦੇ ਵਿੱਚ ਉਹ ਜਿਹੜਾ ਹੈਗਾ ਹੁਣ ਇਸ ਵੇਲੇ ਵੈਕਸੀਨ ਜਿਹੜੀ ਆ ਉਹ ਲੱਗ ਰਹੀ ਹੈਗੀ ਆ। ਪਰ ਪਿੱਛੇ ਜਿਹੜੇ ਨੇ ਉਹ ਵਾਧਾ ਹੋਇਆ ਸੀ ਕੋਵਿਡ ਦੇ ਕੇਸਿਸ ਦੇ ਵਿੱਚ, ਹੁਣ ਤਕਰੀਬਨ ਜਿਹੜਾ ਹੈਗਾ ਪਲਾਟੋ ਹਿੱਟ ਕੀਤਾ ਹੈਗਾ। ਲੈਟ ਵੀ ਸੀ ਕਿ ਉਹ ਫॉर द ਬੈਸਟ ਅੱਗੇ ਠੀਕ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਹੋਵੇ। ਜੇ ਆਪਾਂ ਫਿਗਰ ਆਊਟ ਕਰੀਏ ਜੀ, ਦੇਖਿਆ ਜਾਂਦਾ ਵੀ ਮੇਰੇ ਕੋਲ ਜਿਹੜੇ ਟਿਲ 24 ਅਪ੍ਰੈਲ ਦੇ ਵਿੱਚ ਜੇ ਆਪਾਂ ਟੋਟਲ ਕੇਸ ਦੇਖਿਆ ਜਾਵੇ 8000 ਦੇ ਪਲੱਸ ਆ ਜੀ। ਔਰ ਮੇਰੀ ਕੱਲ੍ਹ ਵੀ ਗੱਲ ਹੋਈ ਸੀ ਰੂਬੀ ਸੋਹਤਾ ਜੀ ਜੋ ਕਿ ਬਰੈਂਪਟਨ ਤੋਂ MP ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਕਿਹਾ ਵੀ ਸਾਡਾ ਇੱਥੇ ਜਿਵੇਂ ਬਰੈਂਪਟਨ ਨੂੰ ਰੈੱਡ ਜ਼ੋਨ ਗਿਣਿਆ ਜਾਂਦਾ, ਔਰ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਜੇ BC ਵੀ ਸ਼ਾਇਦ ਵੀ ਅਲੱਗ-ਅਲੱਗ ਪ੍ਰੋਵਿੰਸ ਦਾ ਆਪਣਾ ਆਪਣਾ ਇੱਕ ਜਿਹੜਾ ਪ੍ਰੋਟੋਕੋਲ ਹੁੰਦਾ ਜੀ, ਉਹ ਕਹਿੰਦੇ BC ਵੀ MIB ਸ਼ੁਰੂ ਕਰਨ ਲੱਗਿਆ ਬਈ ਜਿਹੜਾ ਵੀ ਕੋਈ ਬੰਦਾ ਬਾਹਰੋਂ ਅਲੱਗ ਪ੍ਰੋਵਿੰਸ ਦੇ ਵਿੱਚੋਂ ਵੀ ਆ ਰਿਹਾ ਉਹਨੂੰ ਵੀ ਬਕਾਇਦਾ ਉਹਦਾ ਟੈਸਟ ਕੀਤਾ ਜਾਏਗਾ ਔਰ ਉਹਨੂੰ ਕੁਆਰੰਟਾਈਨ ਹੋਣ ਲਈ ਕਿਹਾ ਜਾਏਗਾ ਜਿੰਨਾ ਚਿਰ ਉਹਦਾ ਨੈਗੇਟਿਵ ਨਹੀਂ ਆਉਂਦਾ। ਇਹਦੇ ਕਿੰਨੀ ਦੇਖੋ ਹਜੇ ਤਾਈਂ ਇਹ ਤਾਂ ਲਾਗੂ ਨਹੀਂ ਕੀਤਾ। ਇਨਫੈਕਟ ਜਿਹੜਾ ਲਾਗੂ ਹੋਇਆ ਸੋ ਫਾਰ ਉਹ ਇਹ ਹੈਗਾ ਕਿ ਇੰਟਰਨੈਸ਼ਨਲ ਜਿਹੜਾ ਵੀ ਟਰੈਵਲਰ ਕੈਨੇਡਾ ਦੇ ਵਿੱਚ ਆਉਂਦਾ ਉਹਨਾਂ ਦਾ ਮੈਂਡੇਟਰੀ, ਪਹਿਲਾਂ ਤਾਂ ਮੈਂਡੇਟਰੀ ਟੈਸਟ ਉਹਨਾਂ ਨੂੰ ਉੱਥੋਂ ਕਰਵਾਉਣਾ ਪਊਗਾ, ਉਸ ਤੋਂ ਬਾਅਦ ਜਿਹੜਾ ਮੈਂਡੇਟਰੀ ਟੈਸਟ ਹੈਗਾ ਜਦੋਂ ਕੈਨੇਡਾ ਦੇ ਵਿੱਚ ਉਤਰਦੇ ਆ ਤਾਂ ਉਦੋਂ ਹੁੰਦਾ ਹੈਗਾ। ਔਰ ਇਹੀ ਕਾਰਨ ਸੀ ਇੰਡੀਆ ਤੇ ਪਾਕਿਸਤਾਨ ਦੀਆਂ ਫਲਾਈਟਸ ਰੀਸੈਂਟਲੀ ਜਿਹੜੀਆਂ ਨੇ ਉਹ ਬੰਦ ਕਰਤੀਆਂ ਗਈਆਂ ਨੇ, ਕਿਉਂਕਿ ਜਦੋਂ ਦੇਖਦੇ ਸੀਗੇ 2/3 ਜਿਹੜੀ ਸਾਡੇ ਟ੍ਰੈਫਿਕ ਫਲੋ ਸੀਗਾ ਕੈਨੇਡਾ ਦੇ ਵਿੱਚ ਉਹ ਪਾਕਿਸਤਾਨ ਤੇ ਹਿੰਦੁਸਤਾਨ ਤੋਂ ਸੀ,
ਔਰ 50% ਤੋਂ ਵੱਧ ਕੇਸ ਜਿਹੜੇ ਕੋਵਿਡ ਦੇ ਪੋਜ਼ਿਟਿਵ ਆ ਰਹੇ ਸੀਗੇ ਥਰੂ ਏਅਰ ਟਰੈਵਲ, ਉਹ ਹਿੰਦੁਸਤਾਨ ਤੋਂ ਇਕੱਲੇ ਤੋਂ ਆ ਰਹੇ ਸੀ। ਤੇ ਜੇ ਇਹਦੇ 'ਚ ਆਪਾਂ ਗੱਲ ਕੀਤੀ ਜਾਵੇ ਕਿੱਥੇ ਰਹੀ, ਕਿਉਂਕਿ ਨਾਰਮਲੀ ਲੋਕ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਜੀ ਟੈਸਟ ਵਗੈਰਾ ਕਰਾਉਂਦੇ ਨੇ ਔਰ ਉਹਦੀ ਰਿਪੋਰਟ ਸਬਮਿਟ ਕਰਦੇ, ਕਿਉਂਕਿ 72 ਆਵਰਸ ਸਮਥਿੰਗ ਲਾਈਕ 2-3 ਦਿਨ ਹੁੰਦੀ ਆ ਵੈਲਿਡ, ਔਰ ਜਦੋਂ ਉੱਥੇ ਚੜ੍ਹਦੇ ਆ ਔਰ ਜਿਹੜੇ ਉਹ ਇੱਥੇ ਆ ਕੇ ਪੋਜ਼ੀਟਿਵ ਪਾਏ ਜਾਂਦੇ ਨੇ, ਇਹਦੇ 'ਚ ਮੇਨ ਰੀਜ਼ਨ ਕੀ ਰਿਹਾ ਜੀ? ਮਤਲਬ ਕਿੱਥੇ ਕਮੀ ਪੇਸ਼ੀ ਕਿੱਥੇ ਰਹੀ ਹੈ ਜੀ? ਦੇਖੋ ਤੁਸੀਂ ਇੱਥੇ ਰਹਿੰਦੇ ਹੋ ਭਿੰਦਰ, ਵੀਰ ਤੁਹਾਨੂੰ ਪਤਾ ਹੈਗਾ ਸਿਸਟਮ ਕੀ ਹੈਗਾ ਜੀ। ਤੇ ਨੰਬਰ 1 ਤਾਂ ਜਿਹੜੇ ਟੈਸਟ ਸੀਗੇ ਇੰਡੀਆ ਤੋਂ ਜਿਹੜੇ ਫੋਰਜ ਕਰਕੇ ਆ ਰਹੇ ਸੀ, ਜੀ ਠੀਕ ਹੈ ਨਾ, ਗਲਤ ਜਿਹੜੇ ਸੀ ਝੂਠੇ ਟੈਸਟ ਜਿਹੜੇ ਸੀ, ਉਹ ਰਿਜ਼ਲਟ ਜਿਹੜੇ ਸੀ ਉਹ ਦਿੱਤੇ ਜਾ ਰਹੇ ਸੀ। ਬੰਦਾ ਨੈਗੇਟਿਵ ਆ ਉਹਨੂੰ ਪੋਜ਼ਿਟਿਵ ਆ ਉਹਨੂੰ ਨੈਗੇਟਿਵ ਬਣਾ ਦਿੱਤਾ ਜਾਂਦਾ ਸੀ, ਉਹ ਫੋਰਜ ਕਰਕੇ ਲੈ ਕੇ ਆਉਂਦੇ ਸੀ। ਇੱਕ ਰੀਜ਼ਨ ਸੀ। ਦੂਸਰਾ ਰੀਜ਼ਨ ਇਹ ਸੀ ਵੀ 72 ਆਵਰ ਪਹਿਲਾਂ ਕਿਹਾ, ਅਸੀਂ ਉਹ ਟੈਸਟ ਕਰਵਾ ਲਿਆ, ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ ਜਾ ਕੇ ਫਿਰ ਅਸੀਂ ਅਲਵਿਦਾ ਕਹਿਣ ਜਾਂਦੇ ਹਾਂ ਕਿ ਹੁਣ ਅਸੀਂ ਚੱਲੇ ਹਾਂ ਕੈਨੇਡਾ ਨੂੰ। ਤੇ ਉਹ ਜਦੋਂ ਜਾਂਦੇ ਨੇ ਤਾਂ ਵਿਦਨ ਮੀਨ ਟਾਈਮ ਜਿਹੜਾ ਹੈਗਾ ਉਹ ਕੈਚ ਜਿਹੜਾ ਉਹ ਕੋਵਿਡ ਜਿਹੜੀ ਹੈ ਕਰੋਨਾ ਵਾਇਰਸ ਦਾ ਜਿਹੜੇ ਸ਼ਿਕਾਰ ਆ ਉਹ ਹੋ ਜਾਂਦੇ। ਸੋ ਦੋ ਇਹ ਕਾਰਨ ਮੇਰੇ ਹਿਸਾਬ ਦੇ ਨਾਲ ਸਮਝੇ ਜਾਂਦੇ ਸੀ। ਹਾਂਜੀ, ਮੈਂ ਕਿਹਾ ਜੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਜ਼ਿਆਦਾ ਰੇਸ਼ੋ ਦੇਖੀ ਜਾਵੇ, ਜਿਵੇਂ ਤੁਸੀਂ ਦੱਸਿਆ ਵੀ ਠੀਕ ਆ ਸਾਰੇ ਕਰ ਲੈਂਦੇ ਆ ਜਾਂ ਪਹਿਲਾਂ ਕਰਾ ਲੈਂਦੇ ਆ, ਰਿਲੇਟਿਵ ਨੂੰ ਮਿਲਣ ਚਲੇ ਜਾਂਦੇ ਆ, ਫਿਰ ਟਾਈਮ ਟੂ ਟਾਈਮ ਚੜ੍ਹਦੇ ਨੇ। ਔਰ ਜੇ ਆਪਾਂ ਸਟੂਡੈਂਟ ਵਰਗ ਦੀ ਗੱਲ ਕੀਤੀ ਜਾਵੇ, ਉਹਨਾਂ ਕੰਨੀਓ ਜਾਣੀ ਦੀ ਇਹ ਕਿਹਾ ਜਾਂਦਾ, ਜਿਵੇਂ ਲੋਕਡਾਊਨ ਲੱਗ ਗਿਆ ਜੀ, ਉਹਦੇ ਵਿੱਚ ਕੁਝ ਸਟੂਡੈਂਟ ਨੇ ਜਿਨ੍ਹਾਂ ਨੂੰ ਏਅਰਪੋਰਟ ਦੇ ਉੱਪਰ ਹੀ ਤੁਹਾਨੂੰ ਪਤਾ ਮੋਨੀਟਰ ਕਰ ਲਿਆ ਜਾਂਦਾ, ਉਹਦੇ ਬਾਅਦ 'ਚ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਗਲਤ ਹੋ, ਇੱਥੇ ਹੀ ਕਰੋ। ਅਤੇ ਸਹੀ ਇਹਦੇ 'ਚ ਜ਼ਿਆਦਾ ਰੇਸ਼ੋ ਜੇ ਆਪਾਂ ਦੇਖੀਏ, ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨਵੇਂ ਆ ਰਹੇ ਸੀ, ਇਹ ਉਹਨਾਂ ਦੀ ਆ ਕਿ ਜੀ ਸਟੂਡੈਂਟ ਦੀ ਵੀ ਵਿੱਚ ਹੀ ਉਨੀ ਗਿਣਤੀ ਆ? ਦੇਖੋ ਇਹ ਅਸੀਂ ਡਿਸਟਿੰਗੁਇਸ਼ ਨਹੀਂ ਕਰਦੇ, ਕਿਉਂਕਿ ਕੈਨੇਡਾ ਦੇ ਵਿੱਚ ਕਦੇ ਵੀ ਜਿਹੜਾ ਹੈਗਾ ਇਸ ਬੇਸ ਤੇ ਜਿਹੜੀ ਉਹ ਡਿਸਕ੍ਰਿਮੀਨੇਸ਼ਨ ਨਹੀਂ ਕਿ ਵੀ ਇਹ ਸਟੂਡੈਂਟ ਆ ਰਿਹਾ ਜਾਂ ਪਰਮਾਨੈਂਟ ਇਮੀਗ੍ਰੈਂਟ ਆ ਰਿਹਾ ਜਾਂ ਇਹ ਸਿਟੀਜ਼ਨ ਆ ਰਿਹਾ ਜਾਂ ਵਿਜ਼ਟਰ ਆ ਰਿਹਾ। ਉਹਦੇ ਵਿੱਚ ਇੱਕੋ ਹੀ ਹੈਗਾ, ਜਿੰਨੇ ਵੀ ਯਾਤਰੀ ਜਿਹੜੇ ਸੀਗੇ ਹਿੰਦੁਸਤਾਨ ਤੋਂ ਉਤਰਦੇ ਸੀ ਜਿਹੜੇ ਜਹਾਜ਼ ਤੋਂ, ਉਹਦੀ ਜਿਹੜੀ ਆ ਉਹ ਐਵਰੇਜ ਜਿਹੜੀ ਸੀਗੀ ਕੋਵਿਡ ਪੋਜ਼ਿਟਿਵ ਜਿਹੜੀ ਦੇਖਦੇ ਸੀ ਉਹ ਲੈ ਜਾਂਦੀ ਸੀ। ਔਰ ਜੇ ਮੈਂ ਹੁਣ ਗੱਲ ਕਰਾਂ ਜੀ ਕੈਨੇਡੀਅਨਸ ਬਾਰੇ, ਜਿਵੇਂ ਫੈਡਰਲ ਗਵਰਨਮੈਂਟ ਦਾ ਨੋਰਮਲੀ ਹਰ ਇੱਕ ਪ੍ਰੋਵਿੰਸ ਦਾ ਆਪਣਾ ਆਪਣਾ ਇੱਕ ਰੂਲਸ ਐਂਡ ਰੈਗੂਲੇਸ਼ਨ ਆ, ਉਸ ਹਿਸਾਬ ਨਾਲ ਉਹਨੂੰ ਫੋਲੋ ਕਰਦੇ, ਉਸ ਹਿਸਾਬ ਨਾਲ ਉਹਨੂੰ ਲਾਗੂ ਕਰਦੇ ਆ। ਪਰ ਜੇ ਆਪਾਂ ਫੈਡਰਲ ਦੀ ਗੱਲ ਕੀਤੀ ਜਾਵੇ, ਫੈਡਰਲ ਦੇ ਵਿੱਚ ਇੱਕ ਨਵਾਂ ਹੁਣੇ ਤੁਸੀਂ ਲੇਟੈਸਟ ਬਜਟ ਜਿਹਦੇ 'ਚ ਪਾਸ ਹੋਇਆ ਜੀ, ਇਹਦੇ 'ਚ ਕੀ ਜਿਹੜੀਆਂ ਸੁਵਿਧਾਵਾਂ ਰੱਖੀਆਂ ਗਈਆਂ? ਕਿਉਂਕਿ ਲਾਸਟ ਈਅਰ ਤਾਂ ਬੜੇ ਪੈਕੇਜ ਦਿੱਤੇ ਗਏ ਸੀ, ਚਾਹੇ ਉਹ ਬਿਜ਼ਨਸ ਲਈ ਹੋਣ, ਚਾਹੇ ਉਹ ਪਰਸਨਲ ਹੋਣ, ਚਾਹੇ ਘਰੇ ਬੈਠਿਆਂ ਨੂੰ ਜਿਵੇਂ $2,000 $500 ਵੀਕ ਦਾ ਦਿੱਤਾ ਗਿਆ ਸੀ। ਇਸ ਵਾਰ ਕੀ ਰੱਖਿਆ ਗਿਆ ਜੀ? ਦੇਖੋ ਜਿਹੜੇ ਤੁਸੀਂ ਪੁਰਾਣੇ ਬੈਨੀਫਿਟਸ ਦੀ ਗੱਲ ਕਰਦੇ ਹੋ ਨਾ, CERB ਜੀ, ਉਹਨਾਂ ਨੂੰ ਅਸੀਂ EI ਦੇ ਫਾਰਮੈਟ, ਐਮਪਲੋਇਮੈਂਟ ਇੰਸ਼ੋਰੈਂਸ ਦੇ ਫਾਰਮੈਟ ਦੇ ਵਿੱਚ ਐਕਸਟੈਂਡ ਕਰਤਾ ਹੋਇਆ ਸੀ। ਮੇਰੇ ਕੋਲ ਅਕਤੂਬਰ ਤਾਈਂ ਚੱਲਣੇ ਆ, ਸੋ ਇਸ ਕਰਕੇ ਉਹ ਬਜਟ ਦੇ ਵਿੱਚ ਨਹੀਂ ਲੈ ਗਏ। ਬਜਟ ਦੇ ਵਿੱਚ ਜਿਹੜਾ ਹੈਗਾ, ਜਦੋਂ ਪਰਟੀਕੂਲਰਲੀ ਇਹ ਗੱਲ ਆਉਂਦੀ ਹੈਗੀ ਆ, ਉਹਦੇ ਵਿੱਚ ਸਿਰਫ ਬੇਸ ਸਬਸਿਡੀ ਹੈਗੀ, ਜਿਹੜੀ ਇੰਪਲੋਇਰ ਜਿਹੜਾ ਹੈਗਾ ਉਹ ਇੰਪਲੋਈ ਨੂੰ ਹਾਇਰ ਕਰਦਾ ਤਾਂ 75% ਉਹਦਾ ਜਿਹੜਾ ਹੈਗਾ ਉਹ ਸਰਕਾਰ ਜਿਹੜਾ ਵਾ ਉਹ ਦੇ ਰਹੀ ਆ। ਉਹ ਅਸੀਂ ਐਕਸਟੈਂਡ ਕੀਤਾ ਫਾਲ ਤੱਕ, ਤਾਂ ਕਿ ਉਸ ਪਹਿਲਾਂ ਅਸੀਂ ਸੋਚਦੇ ਹਾਂ ਕਿ ਸਤੰਬਰ ਦੇ ਐਂਡ ਤੱਕ ਸਾਰੀ ਵੈਕਸੀਨ ਲੱਗ ਜਾਏਗੀ ਤੇ ਹੋ ਸਕਦਾ ਹਾਲਾਤ ਜਿਹੜੇ ਆ ਉਹ ਨਾਰਮਲ ਅੱਗੇ ਹੋ ਜਾਣ। ਉਸ ਤਰ੍ਹਾਂ ਤੁਸੀਂ ਜਨਰਲੀ ਜਦੋਂ ਬਜਟ ਦੀ ਗੱਲ ਕਰਦੇ ਹੈਗੇ ਆ ਭਿੰਦਰ ਜੀ, ਤਾਂ ਬਜਟ ਜਿਹੜਾ ਹੈਗਾ ਇੱਕ ਬਹੁਤ ਪੋਜ਼ਿਟਿਵ ਬਜਟ ਹੈਗਾ ਸੀ। ਇਹਦੇ ਵਿੱਚ ਇੱਕ ਬੜੀ ਲੈਂਡਮਾਰਕ ਪਾਲਿਸੀ ਲੈ ਕੇ ਆਉਂਦੀ ਹੈਗੀ ਆ। ਸਾਨੂੰ ਪਹਿਲਾਂ ਅਸੀਂ ਲੈ ਕੇ ਆਉਂਦੇ ਚਾਈਲਡ ਕੇਅਰ, ਕਿਉਂਕਿ ਚਾਈਲਡ ਕੇਅਰ ਇਸ ਵੇਲੇ ਬਹੁਤ ਇੰਪੋਰਟੈਂਟ ਹੈਗਾ। ਯੰਗ ਪੀਪਲ ਨੇ, ਸਾਡੇ ਬੱਚੇ ਹੈਗੇ ਜਿਹੜੇ, ਉਹਨਾਂ ਨੂੰ ਜਦੋਂ ਪੇਰੈਂਟਸ ਬਣਨਾ ਤਾਂ ਉਹ ਜਿਹੜਾ ਵਾ ਉਹ 2026 ਤੱਕ $10 ਤੋਂ ਥੱਲੇ ਜਿਹੜਾ ਹੈਗਾ ਡੇ ਕੇਅਰ ਜਿਹੜਾ ਇਹ ਡੇ ਪ੍ਰੋਵਾਈਡ ਹੋਊਗਾ। ਨੈਕਸਟ ਈਅਰ ਜਿਹੜੀਆਂ ਨੇ ਰੈਗੂਲੇਟਡ ਡੇ ਕੇਅਰ ਨੇ, ਉਹਦੀ ਕਾਸਟ ਜਿਹੜੀ ਘਟਾ ਕੇ 50% ਜਿਹੜੀ ਆ ਉਹ ਰਹਿ ਜੂਗੀ। ਇਹਦੇ ਵਿੱਚ ਤਕਰੀਬਨ ਅਸੀਂ $30 ਬਿਲੀਅਨ ਜਿਹੜੇ ਨੇ ਨੈਕਸਟ 3 ਸਾਲਾਂ 'ਚ ਪਾਉਣੇ ਹੈਗੇ ਆ। ਉਸ ਤੋਂ ਬਾਅਦ ਐਵਰੀ ਈਅਰ ਜਿਹੜਾ ਹੈਗਾ ਉਹ $8 ਬਿਲੀਅਨ ਜਿਹੜੇ ਨੇ ਉਹ ਇਨਵੈਸਟ ਕਰਨੇ ਹੈਗੇ ਆ ਜਿਹੜੇ ਐਵਰੀ ਈਅਰ। ਸੋ ਇਹ ਸੂਬੇ ਜਿਹੜੇ ਆ ਇਹਨੂੰ, ਕਿਉਂਕਿ ਇਹ ਚਾਈਲਡ ਕੇਅਰ ਸੂਬਿਆਂ ਦੀ ਜੁਰਿਸਡਿਕਸ਼ਨ ਹੈਗੀ ਕੈਨੇਡਾ 'ਚ, ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੂਬਿਆਂ ਨਾਲ ਗੱਲ ਕਰਕੇ ਇਹ ਜਿਹੜਾ 2026 ਤੱਕ ਆ ਇਹ ਅਸੀਂ ਲਾਗੂ ਕਰ ਦੇਣਾ। ਇਹ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਲੈਂਡਮਾਰਕ ਪਾਲਿਸੀ ਸੀਗੀ। ਦੂਸਰਾ ਜਿਹੜੀਆਂ ਮੇਜਰਸ ਹੈਗੀਆਂ ਨੇ ਉਹਦੇ ਵਿੱਚ ਅਸੀਂ ਬਹੁਤਾ ਜਿਹੜਾ ਫੋਕਸ ਹੈਗਾ ਉਹ COVID-19 ਦੀ ਜਿਹੜੀ ਵੈਕਸੀਨ ਹੈਗੀ ਆ ਉਹਦੇ ਬਾਰੇ ਇਹ ਹੈਗਾ ਕਿ ਅਸੀਂ ਹੈਲਥ ਕੇਅਰ ਜਿਹੜੇ ਨੇ ਉਹਨਾਂ ਦੀਆਂ ਫੰਡਿੰਗ ਜਿਹੜੀਆਂ ਨੇ $2.5 ਬਿਲੀਅਨ ਐਡੀਸ਼ਨਲ ਫੰਡਿੰਗ ਜਿਹੜੀ ਆ ਉਹਨਾਂ ਨੂੰ ਉਹ ਕਰਨੀ ਹੈਗੀ ਹੈ। ਉਸ ਤੋਂ ਬਾਅਦ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਅਸੀਂ ਉਹਦੇ ਵਿੱਚ ਪਾਉਣੇ ਹੈਗੇ। ਹੁਣ 50 ਜਦੋਂ ਦੇਖਦੇ ਹੈਗੇ ਤਕਰੀਬਨ ਬਜਟ $51.2 ਬਿਲੀਅਨ ਜਿਹੜੇ ਨੇ ਉਹ ਹੈਲਥ ਕੇਅਰ ਬਜਟ ਦੇ ਵਿੱਚ ਹੈਗੇ ਨੇ। ਹੁਣ ਦੇਖਦੇ ਹੈਗੇ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਦੇ ਨਾਲ ਅਸੀਂ
ਉਹਨੂੰ ਟਾਈਮ ਬਾਈ ਟਾਈਮ ਦੇਖਣਾ ਹੈਗਾ, ਕਿਉਂਕਿ ਮੇਨ ਫੋਕਸ ਇਸ ਵੇਲੇ ਜਿਹੜਾ ਨਾ ਗਵਰਨਮੈਂਟ ਦਾ ਉਹ ਹੈਗਾ ਕਿ ਸਾਰਿਆਂ ਥਾਈਂ ਵੈਕਸੀਨ ਜਿਹੜੀ ਆ ਉੱਪਰ ਦੀ ਹੋ ਸਕੇ। ਜੀ ਉਸ ਤੋਂ ਬਾਅਦ ਜਿਹੜੇ ਉਹ ਬੂਸਟਰ ਸ਼ਾਟਸ ਨੇ ਨੈਕਸਟ ਈਅਰ ਲਈ ਉਹ ਫਾਈਜ਼ਰ ਤੋਂ ਉਹ ਸਿਕਿਉਰ ਕੀਤੇ ਗਏ ਨੇ। ਚਾਹੇ ਅਸੀਂ ਰਿਸਰਚ ਦੇ ਵਿੱਚ ਪੈਸੇ ਦੇਣੇ ਹੈਗੇ ਆ, ਚਾਹੇ $2 ਬਿਲੀਅਨ ਅਸੀਂ ਮਿਊਨਿਸਪੈਲਿਟੀਜ਼ ਨੂੰ ਦੇਣਾ ਹੈਗਾ, ਤਾਂ ਕਿ ਮਿਊਨਿਸਪੈਲਿਟੀ ਜਿਹੜੀਆਂ ਨੇ ਉਹ ਆਪਣੇ ਲੈਵਲ ਦੇ ਉੱਤੇ ਜਿਹੜਾ ਹੈਗਾ ਕੰਮਕਾਰ ਕਰ ਸਕਣ। ਇਹ ਤੋਂ ਪਹਿਲਾਂ ਅਸੀਂ $19 ਬਿਲੀਅਨ ਸੂਬਿਆਂ ਨੂੰ ਦਿੱਤੇ ਸੀ ਵੀ ਸੇਫਲੀ ਸਟਾਰਟ ਲਈ। ਬੇਸਿਕਲੀ ਜਿਹੜਾ ਫੋਕਸ ਹੈਗਾ ਉਹ ਇਹ ਰੱਖਿਆ ਗਿਆ ਕਿ ਅਸੀਂ ਕੋਵਿਡ ਤੋਂ ਛੁਟਕਾਰਾ ਪਾਈਏ। ਫਿਰ ਜਿਹੜੇ $101 ਬਿਲੀਅਨ ਦਾ ਕਰੀਬ ਜਿਹੜੀਆਂ ਇਨਵੈਸਟਮੈਂਟਸ ਕੀਤੀਆਂ ਗਈਆਂ ਨੇ, ਜਿਹੜੀਆਂ ਡਿਫਰੈਂਟ ਫੀਲਡ ਦੇ ਵਿੱਚ ਗ੍ਰੀਨ ਟੈਕਨੋਲੋਜੀ ਆਉਣਗੀਆਂ ਉਹਦੇ ਵਿੱਚ, ਤਾਂ ਕਿ ਅਸੀਂ ਜਿਹੜੀਆਂ 1 ਮਿਲੀਅਨ ਜੌਬਸ ਲਾਸ ਹੋਈਆਂ ਨੇ ਕੋਵਿਡ ਕਰਕੇ, ਉਹ ਜਿਹੜੀਆਂ ਨੇ ਅਸੀਂ ਐਂਡ ਆਫ 2021 ਈਅਰ ਦੇ ਜਿਹੜਾ ਹੈਗਾ ਉਹ ਅਸੀਂ ਕ੍ਰੀਏਟ ਕਰ ਸਕੀਏ। ਉਹਦੇ ਵਿੱਚ ਤਕਰੀਬਨ 2,14,000 ਦੇ ਕਰੀਬ ਜੌਬ ਜਿਹੜੀਆਂ ਹੈਗੀਆਂ ਉਹ ਯੰਗ ਪੀਪਲ ਦੀਆਂ ਹੈਗੀਆਂ, ਔਰ 5 ਲੱਖ ਜਿਹੜੇ ਨੇ ਉਹ ਅਸੀਂ ਪ੍ਰਿੰਟਡ ਸਟਾਕ ਜਿਹੜੇ ਨੇ ਸਪੋਰਟਸ ਜਿਹੜੇ ਉਹ ਦਿੱਤੇ ਆ। ਸੀਨੀਅਰਸ ਦੀ ਵੀ ਗੱਲ ਕੀਤੀ ਹੈ ਬਜਟ ਦੇ ਵਿੱਚ। ਸੀਨੀਅਰਸ ਦੇ ਨੂੰ ਜਿਹੜੇ 75 ਦੀ ਏਜ ਹੈਗੀ ਜਿਹਨਾਂ ਸੀਨੀਅਰ ਦੀ, ਉਹਨਾਂ ਨੂੰ ਵਨ ਟਾਈਮ ਅਸੀਂ ਹੁਣ $500 ਜਿਹੜਾ ਹੈਗਾ ਉਹ ਦੇਣਾ ਹੈਗਾ, ਅਗਸਤ ਦੇ ਵਿੱਚ ਭੇਜਣਾ ਹੈਗਾ, ਜਿਹੜੇ ਅਗਲੇ ਸਾਲ ਐਂਡ ਜੂਨ ਤੇ 75 ਸਾਲ ਉਮਰ ਹੋ ਜੂ ਜਿਹਨਾਂ ਦੀ, ਔਰ ਜੁਲਾਈ 2022 ਤੋਂ ਉਹਨਾਂ ਦੀ ਜਿਹੜੀ ਹੈਗੀ ਆ ਇਨਕਮ ਜਿਹੜੀ OAS ਹੈਗੀ, ਜਿਹੜਾ ਉਹਦਾ ਓਲਡ ਏਜ ਸਿਕਿਉਰਿਟੀ, ਉਹਦਾ 10% ਵਾਧਾ ਹੋਊਗਾ। ਉਹਦੇ ਨਾਲ ਤਕਰੀਬਨ $766 ਇੱਕ ਸੀਨੀਅਰ ਦੀ ਜਿਹੜੀ ਆ ਉਹਦੇ ਵਿੱਚ ਵਾਧਾ ਹੋਣ ਨਾਲ ਸੀਨੀਅਰ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੀਆਂ ਵੱਧ ਰਹੀਆਂ ਕੀਮਤਾਂ ਨੇ ਉਹਦਾ ਜਿਹੜਾ ਵਾ ਕੰਪਨਸੇਸ਼ਨ ਉਹ ਜਿਹੜੀ ਆ ਹੋ ਸਕਦੀ। ਤੇ ਇਹਦੇ ਵਿੱਚ ਜਿਵੇਂ ਇੱਕ ਤੁਸੀਂ ਦੱਸਿਆ ਵੀ ਇਹਦੇ ਚਾਹੇ ਉਹ ਸੀਨੀਅਰ ਸਿਟੀਜ਼ਨ ਹੋਣ ਜੀ, ਚਾਹੇ ਕੈਨੇਡਾ ਦਾ ਚਾਈਲਡ ਕੇਅਰ ਜਿਹੜਾ ਬੈਨੀਫਿਟ ਉਹ ਹੋਵੇ, ਇਹਦੇ 'ਚ ਇੱਕ ਲਾਸਟ ਈਅਰ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਜੀ, ਇੱਕ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਇੱਕ ਕ੍ਰੈਡਿਟ ਲਾਈਨ ਜਿਹਨੂੰ ਆਪਾਂ ਕਹਿ ਦਈਏ ਬੇਲ ਆਊਟ ਪੈਕੇਜ ਦਿੱਤਾ ਗਿਆ ਸੀ। ਪਹਿਲਾਂ ਉਹ 20,000 ਦਾ ਸੀ, ਫਿਰ ਉਹ 40 ਦਾ ਕਰ ਦਿੱਤਾ ਵਧਾ ਕੇ, ਔਰ ਜਿਹਦੀ ਇਨਕਮ 20,000 ਤੋਂ ਘੱਟ ਸੀ ਉਹਨਾਂ ਨੂੰ ਵੀ ਦਿੱਤਾ ਗਿਆ। ਫਿਰ ਇਹ ਜਦੋਂ ਮੇਰੇ ਖਿਆਲ ਜਨਵਰੀ ਆਇਆ, ਮੇ ਬੀ ਦਸੰਬਰ ਐਂਡ ਤੇ ਫਿਰ ਉਹ 60,000 ਕਰ ਦਿੱਤਾ ਗਿਆ। ਪਰ ਜਿਹੜੀ ਉਹਦੀ ਬੁਨਿਆਦ ਸੀ ਜੀ ਵਾਪਸ ਕਰਨ ਦੀ, ਉਹ 2022 ਤੱਕ ਸੀਗੀ ਜੀ, 2022 ਤੱਕ। ਤੇ ਕੀ ਉਹਦੇ ਵਿੱਚ ਵੀ ਕੁਝ ਵਾਧਾ ਹੋਏਗਾ ਜੀ? ਕਿਉਂਕਿ ਸਟਿਲ ਕੋਵਿਡ ਉਵੇਂ ਹੀ ਆ, ਤੁਹਾਨੂੰ ਪਤਾ ਬਿਜ਼ਨਸਿਸ ਆਲਮੋਸਟ ਬੰਦ ਹੀ ਹੈ, ਕਿਉਂਕਿ ਜੇ 75% ਗੌਰਮੈਂਟ ਪੇ ਕਰ ਵੀ ਰਹੀ ਹੈ, ਚਾਹੇ ਉਹਨਾਂ ਦਾ ਰੈਂਟਲ ਹੋਵੇ, ਚਾਹੇ ਉਹਨਾਂ ਦੇ ਐਕਸਪੈਂਸਿਸ, ਚਾਹੇ ਸੈਲਰੀਜ਼ ਹੋਣ, ਪਰ ਉਹ ਸਟਿਲ ਉੱਥੇ ਹੀ ਨੇ। ਕਿਉਂਕਿ ਉਹਨਾਂ ਦਾ ਇਹ ਕਹਿਣਾ ਵੀ ਜਦੋਂ ਬਿਜ਼ਨਸ ਅਸੀਂ ਬੰਦ ਰੱਖਦੇ ਹਾਂ 2-4 ਮਹੀਨੇ, ਉਹਦੇ ਬਾਅਦ 'ਚੋਂ ਸਾਡਾ ਕਸਟਮਰ ਵਾਪਸ ਨਹੀਂ ਆਉਂਦਾ ਤੇ ਸਾਨੂੰ ਮਜਬੂਰਨ ਇਹ ਬਿਜ਼ਨਸ ਸ਼ਟ ਆਫ ਕਰਨਾ ਪੈਂਦਾ। ਇਹਦੇ ਬਾਰੇ ਤੁਸੀਂ ਦੱਸੋ। ਦੇਖੋ, ਉਹ ਜਿਹੜਾ ਹੈਗਾ ਉਹ ਹਜੇ ਚੱਲ ਰਿਹਾ, ਕਿਉਂਕਿ ਪਾਲਿਸੀ ਜਿਹੜੀ ਹੈ ਨਾ ਕੋਵਿਡ ਦੇ ਦੌਰਾਨ ਜਿਹੜੀ ਹੈਗੀ ਆ ਉਹ ਟੂ ਫਾਰ ਐਡਵਾਂਸ ਨਹੀਂ ਅਸੀਂ ਸੋਚ ਸਕਦੇ ਜੀ। ਇਸ ਵੇਲੇ ਤਾਂ ਉਹਨਾਂ ਨੂੰ 2022 ਤੱਕ ਦਿੱਤਾ ਹੋਇਆ ਵਾ, ਜਿਹੜਾ $60,000 ਦੀ ਗੱਲ ਕਰਦੇ ਹੈਗੇ ਜੀ, ਉਹਦੇ ਚੋਂ 20,000 ਮਾਫ ਹੋ ਜਾਣਾ, ਪਰ ਉਹ ਦੇਖਾਂਗੇ ਕਿ ਹਾਲਾਤ ਉਦੋਂ ਕਿਹੋ ਜਿਹੇ ਆ। ਪਰ ਇਮੀਡੀਏਟਲੀ ਹਾਲਾਤ ਇਹ ਹੈਗੇ ਆ ਕਿ ਅਸੀਂ ਨਵੀਆਂ ਜੌਬ ਜਿਹੜੀਆਂ ਨੇ ਉਹ ਕ੍ਰੀਏਟ ਕਰਨੀਆਂ ਚਾਹੁੰਦੇ, ਜਿਹੜੀਆਂ 1 ਮਿਲੀਅਨ ਜੌਬਸ ਅਸੀਂ ਐਂਡ ਆਫ 2021 ਤੱਕ ਜਿਹੜੀਆਂ ਨੇ ਉਹ ਅਸੀਂ ਕ੍ਰੀਏਟ ਕਰਨੀਆਂ ਚਾਹੁੰਦੇ। ਉਹਦੇ ਵਿੱਚ ਕੀ ਕੀਤਾ ਗਿਆ ਕਿ ਜਿਹੜੇ EMPLOYERS ਨੂੰ ਸਬਸਿਡੀ ਦੀ ਲੋੜ ਸੀਗੀ, ਬੇਸ ਸਬਸਿਡੀ ਦੀ, ਉਹ ਬੇਸ ਸਬਸਿਡੀ 75% ਜਿਹੜੀ ਹੈਗੀ ਆ ਉਹਦੀ ਐਕਸਟੈਂਸ਼ਨ ਜਿਹੜੀ ਹੈਗੀ ਆ ਉਹ ਅਸੀਂ ਹਾਲ ਤੱਕ ਜਿਹੜੀ ਹੈ ਉਹ ਕਰ ਦਿੱਤੀ ਇਹਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਜੀ, ਜਿਵੇਂ ਹੁਣੇ ਅਨਾਊਂਸ ਹੋਇਆ ਸੀ ਵੀ 90,000 ਦੇ ਕਰੀਬ ਜਿਹੜੇ ਆਪਾਂ ਕੈਨੇਡਾ ਦੇ ਵਿੱਚ ਪੱਕੇ ਕਰਨੇ, ਚਾਹੇ ਉਹ 20,000 ਜਿਹੜੇ ਸਕਿੱਲ ਵਰਕਰ ਹੋਣ, 40,000 ਦੇ ਕਰੀਬ ਸਟੂਡੈਂਟ ਹੈ, ਔਰ 30,000 ਦੇ ਕਰੀਬ ਨਰਸਿਸ ਵਗੈਰਾ। ਜਾਂ ਇਹਦੇ 'ਚ ਫਿਰ ਜਿਹੜੇ ਆਪਾਂ ਇਹਦੇ 'ਚ ਫਿਗਰ ਆਊਟ ਉਹਨੂੰ ਕਿਵੇਂ ਕੀਤਾ ਜਾਊਗਾ ਜੀ? ਕੋਈ ਉਹਦੇ 'ਚ ਪੁਆਇੰਟ ਰੱਖੇ ਜਾਣਗੇ ਔਰ ਜਾਂ ਕੋਈ ਨੰਬਰਿੰਗ ਰੱਖੀ ਜਾਏਗੀ, ਕਿ ਜਸਟ ਫॉर ਜਿਨ੍ਹਾਂ ਦੀ ਐਪਲੀਕੇਸ਼ਨਸ ਆ ਗਈਆਂ ਨੇ, ਜਿਵੇਂ ਹੁਣ ਰੀਸੈਂਟਲੀ ਸਟਾਰਟ ਹੋਣੀਆਂ ਔਰ ਥੋੜ੍ਹੇ ਸਮੇਂ ਬਾਅਦ ਇਹ ਬੰਦ ਹੋ ਜਾਣੀਆਂ, ਉਹਦਾ ਕੁਝ ਦੱਸੋ ਜੀ। ਦੇਖੋ, ਸਾਡਾ ਪਹਿਲਾਂ ਤਾਂ ਇਹ ਦੱਸਣਾ ਕਿ ਜਿਹੜੀ ਜਿਹੜੀ ਪਾਲਿਸੀ ਹੈਗੀ ਨਾ ਸਾਡੀ ਜੀ ਇਮੀਗ੍ਰੇਸ਼ਨ ਦੀ, ਇਹ ਇੱਕ ਬੜੀ ਲੈਂਡਮਾਰਕ ਪਾਲਿਸੀ। ਜੇ ਤੁਸੀਂ ਪਿੱਛੇ ਦੇਖੋ, PR ਐਲੀਅਟ ਟਰੂਡੋ ਸੀਗੇ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਗੇ ਉਹ ਲੋਕਾਂ ਨੂੰ, ਸਾਊਥ ਏਸ਼ੀਅਨ ਲੋਕ ਜਿਹੜੇ ਸੀਗੇ ਉਦੋਂ ਆਉਣਾ ਸ਼ੁਰੂ ਹੋਏ ਆ ਸਾਡੇ। ਪਰ ਜਦੋਂ ਹੁਣ ਅਸੀਂ ਦੇਖਦੇ ਹਾਂ ਇਸ ਸਾਲ ਅਸੀਂ ਆਉਣ ਵਾਲੇ 3 ਸਾਲਾਂ ਦੇ ਵਿੱਚ 1.2 ਮਿਲੀਅਨ ਜਿਹੜੇ ਨੇ ਨਿਊ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਅਸੀਂ ਜਿਹੜੀ ਆ ਉਹ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਆ ਉਹ ਗ੍ਰਾਂਟ ਕਰਨੀ ਹੈਗੀ ਆ, ਔਰ ਉਹਦੇ ਵਿੱਚੋਂ ਤਕਰੀਬਨ 4 ਲੱਖ ਐਵਰੀ ਈਅਰ ਹੋਣੇ ਆ। ਔਰ ਇਸ ਸਾਲ ਤੁਸੀਂ ਪਹਿਲਾਂ ਸੁਣਿਆ ਹੋਣਾ ਕਿ 27,232 ਐਪਲੀਕੇਸ਼ਨ ਅਸੀਂ ਜਿਹੜੀਆਂ ਸੀਗੀਆਂ ਉਹ ਐਕਸਪ੍ਰੈਸ ਐਂਟਰੀ 'ਚ ਲਈਆਂ, ਜਿਹਦੇ ਵਿੱਚੋਂ 75 ਪੁਆਇੰਟ ਜਿਹੜਾ ਵੀ ਕੋਈ ਜਿਹਨੇ 1 ਸਾਲ ਦਾ ਤਜਰਬਾ ਹੋਵੇ ਕੈਨੇਡਾ 'ਚ ਕੰਮ ਕਰਨ ਦਾ ਵਰਕ ਪਰਮਿਟ ਤੇ ਸੀ, ਔਰ ਉਹ ਨਾਲ ਹੀ ਜਿਹੜੇ ਨੇ ਜਿਹਦੀ ਤਕਰੀਬਨ 75 ਪੁਆਇੰਟ ਉਹਦੇ ਬਣ ਜਾਂਦੇ ਜਿਹਦੀ ਉਮਰ 30 ਸਾਲ ਤੋਂ ਥੱਲੇ ਹੈਗੀ ਆ। ਸੋ ਇਹ ਉਦੋਂ ਲੈ ਕੇ ਆਉਂਦੇ। ਉਸ ਤੋਂ ਬਾਅਦ 5,000 ਦਾ ਇੱਕ ਹੋਰ ਡਰਾ ਕੱਢਿਆ। ਪਰ ਹੁਣ ਜਿਹੜੀ 90,000 ਦੀ ਗੱਲ ਕਰਦੇ ਹੈਗੇ ਆ,
ਇਹਦੇ ਵਿੱਚ 20,000 ਜਿਹੜੀਆਂ ਨੇ ਅਸੀਂ ਜਿਹੜੇ ਨੇ ਉਹ ਜਿਨ੍ਹਾਂ ਨੇ ਹੈਲਥ ਕੇਅਰ ਫੀਲਡ ਦੇ ਵਿੱਚ ਕੰਮ ਕੀਤਾ ਹੋਵੇ ਤੇ 120 ਘੰਟੇ ਪਿਛਲੇ ਸਾਲ ਜੋ 120 ਘੰਟੇ ਉਹਨਾਂ ਨੇ ਕੰਮ ਕੀਤਾ ਉਹ ਜਿਹੜੇ ਨੇ ਉਹ ਕੁਆਲੀਫਾਈ ਕਰਦੇ ਹੈਗੇ ਨੇ ਆਪਣੀ ਐਪਲੀਕੇਸ਼ਨ ਜਿਹੜੀ ਆ ਉਹ ਲਾਉਣ ਨੂੰ। ਔਰ ਉਸ ਤੋਂ ਬਾਅਦ 30,000 ਜਿਹੜੇ ਨੇ ਉਹ ਹੈਗੇ ਨੇ ਐਸੈਂਸ਼ੀਅਲ ਟ੍ਰੇਡਸ ਜਿਹਦੇ ਵਿੱਚ ਫਾਰਮ ਵਰਕਰ ਤੋਂ ਲੈ ਕੇ ਯੂ ਨੇਮ ਇਟ ਪ੍ਰੋਫੈਸ਼ਨਲਸ ਤੱਕ ਸਾਰੇ ਉਹਦੇ ਵਿੱਚ ਉਹ ਆਉਂਦੇ ਹੈਗੇ ਆ। 30,000 ਐਪਲੀਕੇਸ਼ਨ ਉਹਨਾਂ ਦਾ 1 ਸਾਲ ਦਾ ਜਿਹੜਾ ਉਹ ਤਜਰਬਾ ਇੱਥੇ ਹੋਣਾ ਚਾਹੀਦਾ ਕੈਨੇਡਾ 'ਚ ਇਹ ਪਿਛਲੇ ਸਾਲ ਦੇ ਵਿੱਚ ਜਾਨੀ ਪਿਛਲੇ ਸਮੇਂ ਦੇ ਵਿੱਚ। ਔਰ ਉਸ ਤੋਂ ਬਾਅਦ ਸਟੂਡੈਂਟਸ ਹੈਗੇ ਸਟੂਡੈਂਟਸ ਜਿਨ੍ਹਾਂ ਨੇ ਪਿਛਲੇ 4 ਸਾਲਾਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਆ ਉਹ ਆਪਣੀ ਐਪਲੀਕੇਸ਼ਨ ਜਿਹੜੀ ਆ ਉਹ ਲਾ ਸਕਣਗੇ। ਸੋ ਇਹ ਜਿਹੜੀਆਂ 90,000 ਐਪਲੀਕੇਸ਼ਨ ਦੀ ਗੱਲ ਕਰਦੇ ਹੈਗੇ ਆ ਇਹ ਮਈ 6 ਤੋਂ ਸ਼ੁਰੂ ਹੋਣੀਆਂ। ਨਵੰਬਰ 5 ਨੂੰ ਇਹ ਜਿਹੜਾ ਪਾਇਲਟ ਪ੍ਰੋਜੈਕਟ ਖਤਮ ਹੋ ਜਾਣਾ। ਉਹਦੇ ਵਿੱਚ ਫਸਟ ਕਮ ਫਸਟ ਸਰਵ ਆ। ਸਪੋਜ਼ ਕਰੋ ਵੀ ਅਸੀਂ ਅਪਲਾਈ ਕੀਤਾ ਪਹਿਲੇ ਦਿਨ ਹੀ ਸਟੂਡੈਂਟਸ ਜਿਹੜੇ ਸੀਗੇ ਉਹਨਾਂ ਦਾ 40,000 ਦਾ ਸੀਗਾ ਰੱਖਿਆ ਹੋਇਆ ਨੰਬਰ। ਉਹ ਜੇ 40,000 ਐਪਲੀਕੇਸ਼ਨ ਉਹਨਾਂ ਦੀਆਂ ਆ ਜਾਂਦੀਆਂ ਨੇ ਤਾਂ ਉਹ ਸਟਾਪ ਜਿਹੜਾ ਵਾ ਉਸ ਟੀਮ ਦਾ ਉਦੋਂ ਹੀ ਲੱਗ ਜਾਣਾ। ਸੋ ਇਹ ਫਸਟ ਕਮ ਫਸਟ ਸਰਵ ਹੈਗਾ। ਜਦੋਂ ਐਪਲੀਕੇਸ਼ਨਾਂ ਪਰਟੀਕੂਲਰ ਸਟਰੀਮ ਦੀਆਂ ਭਰ ਗਈਆਂ ਉਸ ਤੋਂ ਬਾਅਦ ਜਿਹੜਾ ਹੋਊਗਾ ਇਹ ਬੰਦ ਹੋ ਜਾਊਗਾ। ਜਿਹੜਾ ਆਪਾਂ ਗੱਲ ਕੀਤੀ ਆ ਜੀ ਜਿਹੜੀ ਹੈਲਥ ਕੇਅਰ ਵਰਕਰ ਆ ਫਰੰਟ ਲਾਈਨ ਵਰਕਰ ਹੋ ਗਏ ਜਾਂ ਦੂਜੇ ਹੋ ਗਏ ਕੀ ਇਹਦੇ ਵਿੱਚ ਜਿਹੜੇ ਇੰਡੀਆ ਪਾਕਿਸਤਾਨ ਜਾਂ ਕਿਸੇ ਵੀ ਮੁਲਕ ਤੋਂ ਹੋਰ ਕੈਨੇਡਾ ਦੇ ਵਿੱਚ ਪਹਿਲਾਂ ਜਿਹੜੇ ਟਾਈਮ ਪੀਰੀਅਡ ਜਾਂ ਹੁਣ ਲੱਗਣਗੇ ਉਹ ਵੀ ਗਿਣੇ ਜਾਣਗੇ ਜਸਟ ਫॉर ਇਹ ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਉਹਨਾਂ ਲਈ ਆ ਜੀ? ਜਿਹੜੇ ਇਸ ਵੇਲੇ ਅਸੀਂ ਕਿਉਂਕਿ ਇੰਟਰਨਲੀ ਲੈਣੇ ਆ ਇਹ ਬਾਹਰੋਂ ਨਹੀਂ ਲੈ ਕੇ ਆ ਰਹੇ। ਜਿਹੜੇ 90,000 ਨੇ ਅਸੀਂ ਇੰਟਰਨਲੀ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਜਿਨ੍ਹਾਂ ਕੋਲ ਜਾਂ ਵਰਕ ਪਰਮਿਟ ਹੈਗਾ ਜਾਂ ਜਿਹੜੇ ਨੇ ਟੈਂਪਰੇਰੀ ਵਰਕ ਪਰਮਿਟ ਤੇ ਜਾਂ ਜਿਹੜੇ ਸਟੂਡੈਂਟ ਇੱਥੇ ਆਏ ਹੋਏ ਹੈ। ਠੀਕ ਹੈ ਜੀ। ਅਤੇ ਇਹਦੇ ਵਿੱਚ ਜੇ ਆਪਾਂ ਹੁਣ ਗੱਲ ਦੂਸਰੇ ਪਾਸੇ ਆਪਾਂ ਕਰੀਏ ਜੀ ਕੈਨੇਡਾ ਦੇ ਵਿੱਚ ਜਿਵੇਂ ਜਿਹੜਾ ਸਿਸਟਮ ਸਹੀ ਨਹੀਂ ਚੱਲ ਰਿਹਾ ਉਹਦੀ ਵਜ੍ਹਾ ਨਾਲ ਸਕੂਲਾਂ ਦਾ ਵੀ ਚਾਹੇ ਕੋਵਿਡ ਹੈ ਕਿਉਂਕਿ ਇਹਦੇ 'ਚ ਕਿਸੇ ਦਾ ਕੋਈ ਆਪਾਂ ਜ਼ੋਰ ਨਹੀਂ ਚੱਲਦਾ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਅਤੇ ਸਕੂਲਾਂ ਦੀ ਕੀ ਸਥਿਤੀ ਹੈ ਜੀ ਜਿਹੜੀ ਖੁੱਲ੍ਹਣ ਦੀ ਕਿਉਂਕਿ ਮਾਪੇ ਹੈ ਉਹ ਬੜੇ ਵਰੀਡ ਨੇ ਕਿਉਂਕਿ ਤੁਹਾਨੂੰ ਪਤਾ ਸਕੂਲ ਖੁੱਲ੍ਹ ਜਾਂਦੇ ਨੇ ਕੋਈ ਕੋਵਿਡ ਪੇਸ਼ੈਂਟ ਨਿਕਲੇ ਆਉਂਦਾ ਜੀ ਉਹ ਫਿਰ ਬੰਦ ਕੀਤੇ ਜਾਂਦੇ ਨੇ। ਤੁਹਾਨੂੰ ਪਤਾ ਬੱਚੇ ਘਰੇ ਕਿੰਨਾ ਕੁ ਪੜ੍ਹਦੇ ਆ ਜੀ ਇਹਦੇ ਬਾਰੇ ਤੁਸੀਂ ਕੋਈ ਦੱਸੋ। ਤਕਰੀਬਨ ਜਿਹੜੇ ਸਾਰੇ ਸਕੂਲ ਇਸ ਵੇਲੇ ਜਿਹੜੇ ਨੇ ਉਹ ਬੜੇ ਨਾਰਮਲੀ ਚੱਲ ਰਹੇ ਨੇ ਬੱਚਿਆਂ ਦੇ। ਜਿਹੜੇ ਸਕੂਲ ਹੈਗੇ ਨੇ ਇਸ ਵੇਲੇ ਪਰਟੀਕੂਲਰਲੀ ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਦੇ ਹੈਗੇ ਜਿੱਥੇ ਬੈਠੇ ਅਸੀਂ ਇਹ ਸਾਰੇ ਸਕੂਲ ਜਿਹੜੇ ਨੇ ਉਹ ਖੁੱਲ੍ਹੇ ਹੈਗੇ ਆ। ਰੈਗੂਲਰਲੀ ਸਟੂਡੈਂਟ ਜਾ ਰਹੇ ਪਰ ਉਹਨਾਂ ਨੂੰ ਮਾਸਕਸ ਜਿਹੜੀਆਂ ਨੇ ਉਹ ਜ਼ਰੂਰੀ ਮੈਂਡੇਟਰੀ ਕਰਤੀਆਂ ਗਈਆਂ ਨੇ ਕਿ ਕੋਈ ਵੀ ਸਟੂਡੈਂਟ ਜਿਹੜਾ ਹੈਗਾ ਉਹ ਮਾਸਕ ਤੋਂ ਬਿਨਾਂ ਨਹੀਂ ਜਾ ਸਕਦਾ। ਪਰ ਕਈ ਸੂਬੇ ਐਸੇ ਨੇ ਜੀ ਜਿੱਥੇ ਬਿਲਕੁਲ ਹੀ ਕੰਪਲੀਟਲੀ ਜਿਵੇਂ ਓਨਟਾਰੀਓ ਸੂਬਾ ਲਾ ਲਈਏ ਜਾਂ ਕਿਊਬਕ ਲਾ ਲਈਏ ਜਾਂ ਹੋਰ ਲਾ ਲਈਏ ਉੱਥੇ ਕੰਪਲੀਟਲੀ ਬੰਦ ਆ ਕਿ ਹਰ ਇੱਕ ਸੂਬੇ ਦਾ ਆਪਣਾ ਆਪਣਾ ਜੀ ਪ੍ਰੋਟੋਕੋਲ ਉਸ ਹਿਸਾਬ ਨਾਲ ਚੱਲ ਰਿਹਾ ਜੀ। ਕਿਉਂਕਿ ਜਿਹੜੇ ਤੁਸੀਂ ਜਦੋਂ ਐਜੂਕੇਸ਼ਨ ਦੀ ਗੱਲ ਕਰਦੇ ਆ ਨਾ ਜਿਹੜੀ ਐਜੂਕੇਸ਼ਨ ਕੈਨੇਡਾ ਦੇ ਵਿੱਚ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਿਟੀ ਹੈਗੀ ਹੈ। ਤਾਂ ਹੀ ਤੁਸੀਂ ਦੇਖੋਗੇ ਕਿ ਫੈਡਰਲ ਲੈਵਲ ਦੇ ਉੱਤੇ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ ਕਿਉਂਕਿ ਸੂਬਿਆਂ ਦੀ ਜਿਹੜੀ ਹੈ ਸੂਬਿਆਂ ਦੀ ਜੁਡੀਸ਼ਨ ਦੇ ਕਰਕੇ ਹਰ ਇੱਕ ਸੂਬਾ ਜਿਹੜਾ ਹੈ ਉੱਥੇ ਦਾ ਜਿਹੜਾ ਚੀਫ ਹੈਲਥ ਆਫਿਸਰ ਹੈ ਜਾਂ ਚੀਫ ਮੈਡੀਕਲ ਆਫਿਸਰ ਜਿਹੜਾ ਹੈ ਉਹ ਆਪੋ ਆਪਣੇ ਡਿਸੀਜਨ ਜਿਹੜੇ ਨੇ ਉਹ ਲੈਂਦੇ ਨੇ। ਉਸ ਦੇ ਬੇਸ ਦੇ ਉੱਤੇ ਜਿਹੜਾ ਗਵਰਨਮੈਂਟ ਹੈਗੀ ਆ ਉਹ ਸੂਬੇ ਦੀ ਉਹ ਜਿਹੇ ਜਿਹੜੇ ਨੇ ਆਉਣ ਵਾਲੇ ਸਮੇਂ 'ਚ ਹਾਲਾਤਾਂ ਨੂੰ ਦੇਖ ਕੇ ਪ੍ਰਬੰਧ ਕਰਦੇ ਨੇ ਔਰ ਉਹੀ ਜਿਹੜੇ ਦੇਖ ਕੇ ਜੇ ਸਕੂਲ ਬੰਦ ਕਰਨਾ ਜਾਂ ਖੋਲ੍ਹਣਾ ਉਹ ਜਿਹੜੀਆਂ ਨੇ ਉਹ ਡਿਸੀਜਨ ਜਿਹੜੇ ਨੇ ਉਹ ਲੋਕਲੀ ਲੈ ਜਾਂਦੇ ਨੇ। ਔਰ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਜਿਹੜੇ ਸੂਬਿਆਂ ਨੂੰ ਪਿੱਛੇ $19 ਬਿਲੀਅਨ ਦਿੱਤੇ ਸੀਗੇ ਤਾਂ ਕਿ ਜਿਹੜੇ ਸੂਬਿਆਂ ਨੇ ਆਪਣੇ ਸਕੂਲ ਰੀਸਟਾਰਟ ਕਰਨੇ ਹੈਗੇ ਆ ਚਾਹੇ ਇਹ ਸੂਬਿਆਂ ਦੀ ਰਿਸਪੌਂਸਿਬਿਲਿਟੀ ਆ ਪਰ ਫੈਡਰਲ ਗਵਰਨਮੈਂਟ ਨੇ ਜਿਹੜਾ ਸੀਗਾ ਉਹ ਆਪਣੇ ਵੱਲੋਂ ਯੋਗਦਾਨ ਪਾਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਪੇਰੈਂਟਸ ਨੇ ਉਹਨਾਂ ਨੂੰ ਸ਼ਾਂਤੀ ਨਾਲ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਣ। ਟੀਚਰ ਜਿਹੜੇ ਆ ਉਹ ਜਿਹੜੇ ਨੇ ਸੇਫ ਮਹਿਸੂਸ ਕਰ ਸਕਣ। ਇਸ ਲਈ ਜਿਹੜੀ ਸੀਗੀ ਉਹ ਅਸੀਂ ਕੀਤਾ। ਤਕਰੀਬਨ ਜੇ ਓਵਰਆਲ ਦੇਖਿਆ ਜਾਵੇ ਨਾ ਭਿੰਦਰ ਜੀ ਅਸੀਂ ਕੈਨੇਡਾ ਦੇ ਵਿੱਚ ਸਾਰੇ ਚੀਜ਼ ਜਿਹੜੀ 80% ਬੈਨੀਫਿਟ ਸੋ ਫਾਰ ਗਏ ਨੇ ਕੈਨੇਡਾ 'ਚ ਉਹ ਫੈਡਰਲ ਲੈਵਲ ਦੇ ਉੱਤੇ ਆ। 20% ਜਿਹੜੇ ਨੇ ਉਹ ਤਕਰੀਬਨ ਜਿਹੜੇ ਸੂਬਿਆਂ ਦੀ ਇਹਦੇ ਵਿੱਚ ਕੰਟਰੀਬਿਊਸ਼ਨ ਸੀਗੀ ਬੈਨੀਫਿਟਸ ਦੇਣ। ਅਤੇ ਜੇ ਆਪਾਂ ਹੁਣ ਗੱਲ ਜਿਹੜੀ ਲੋਕਡਾਊਨ ਦੀ ਤਾਜ਼ੀ ਸਥਿਤੀ ਜਿਹੜੀ ਆਈ ਹੈ ਜੀ ਵੀ 30 ਦਿਨਾਂ ਲਈ ਆਪਾਂ ਬੰਦ ਕਰ ਦਿੱਤਾ ਗਿਆ ਚਾਹੇ ਉਹ ਪਾਕਿਸਤਾਨ ਆ ਚਾਹੇ ਉਹ ਇੰਡੀਆ ਹੈ ਅਤੇ ਇਹਦੇ ਵਿੱਚ ਜਿਹੜਾ ਆਪਣੇ ਖੁੱਲ੍ਹਣ ਦਾ ਕੋਈ ਟਾਈਮ ਪੀਰੀਅਡ ਕੀਤਾ ਗਿਆ ਕਿ ਜਸਟ ਫॉर ਹਾਲਾਤ ਦੇਖੇ ਜਾਣਗੇ ਉਹਦੇ ਬਾਅਦ 'ਚੋਂ ਹੋ ਸਕਦਾ ਡੀਕਰੀਜ਼ ਨਾ ਕੀਤਾ ਜਾਵੇ ਇਨਕਰੀਜ਼ ਕੀਤਾ ਜਾਵੇ ਇਹਦੇ ਬਾਰੇ ਕੁਛ ਦੱਸੋ ਜੀ। ਦੇਖੋ ਜਿਹੜੇ ਡਿਸੀਜਨ ਨੇ ਇਹ ਪੋਲੀਟੀਕਲ ਡਿਸੀਜਨ ਨਹੀਂ ਹੈਗੇ ਕੈਨੇਡਾ 'ਚ ਜੀ। ਜਿਹੜਾ ਵੀ ਡਿਸੀਜਨ ਇਸ ਵੇਲੇ ਗਵਰਨਮੈਂਟ ਸਰਕਾਰ ਮੇਕ ਕਰ ਰਹੀ ਹੈ ਪ੍ਰਧਾਨ ਮੰਤਰੀ ਮੇਕ ਕਰ ਰਹੇ ਨੇ ਉਹ ਜਿਹੜੀ ਐਡਵਾਈਸ ਲੈ ਰਹੇ ਨੇ ਜਿਹੜੇ ਸਾਡੇ ਮੈਡੀਕਲ ਚੀਫ ਮੈਡੀਕਲ ਆਫਿਸਰ ਹੈਗੇ ਨੇ
ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ 30 ਦਿਨਾਂ ਦੇ ਵਿੱਚ ਹੁਣ ਅਸੈਸ ਕਰਨਗੇ ਫਿਰ ਸਿਚੁਏਸ਼ਨ, ਜਿਸ ਤਰ੍ਹਾਂ ਪਹਿਲਾਂ ਦੱਸਿਆ ਬਈ ਆਹ ਚੀਜ਼ ਜਿਹੜੇ ਸੀ ਇਹ ਨੰਬਰ ਇਸ ਹਿਸਾਬ ਨਾਲ ਆ ਰਹੇ ਸੀ, ਉਸ ਤੋਂ ਬਾਅਦ ਉਹ ਦੇਖਣਗੇ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੀ ਹਾਲਾਤ ਕੈਸੇ ਹੈ, ਉਸ ਹਿਸਾਬ ਦੇ ਨਾਲ ਫਿਰ ਉਹ ਡਿਸੀਜਨ ਲੈਣਗੇ। ਜਿਸ ਤਰ੍ਹਾਂ ਉਹ ਰਿਕਮੈਂਡ ਕਰਨਗੇ ਉਸ ਹਿਸਾਬ ਦੇ ਨਾਲ ਜਿਹੜਾ ਮਿਨਿਸਟਰ ਆਫ ਟਰਾਂਸਪੋਰਟ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਾਬੰਦੀਆਂ ਲਾਉਣੀਆਂ ਨੇ ਜਾਂ ਚੱਕਣੀਆਂ ਨੇ, ਉਹ ਡਿਸੀਜਨ ਜਿਹੜਾ ਮੇਕ ਕਰਨਗੇ। ਕਿਉਂਕਿ ਲੋਕਾਂ ਦਾ ਜੀ ਸੇਮ ਹੀ, ਜਿਵੇਂ ਲਾਸਟ ਈਅਰ ਆਪਾਂ ਗੱਲ ਕੀਤੀ ਸੀ, ਸੇਮ ਹੀ ਮਹੀਨੇ ਸਾਰਾ ਕੁਝ ਸੇਮ ਆ, ਅਤੇ ਉਹਦੇ ਵਿੱਚ ਉਵੇਂ ਹੀ ਉਹ ਕਹਿੰਦੇ ਵੀ ਟਿਕਟਾਂ ਖਰਾਬ ਹੋ ਗਈਆਂ। ਜਿਹੜੇ ਰਿਟਰਨ ਲੈ ਕੇ ਆਏ ਸੀ ਉਹ ਵੀ, ਜਦ ਕਿ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਸੀ ਵੀ ਚਲੋ ਤੁਸੀਂ ਜਿੱਥੇ ਹੈਗੇ ਹੋ ਉੱਥੇ ਬਹਿ ਜਾਓ, ਕੋਈ ਉਹ ਨਹੀਂ ਕਰਨ ਦੀ ਲੋੜ। ਪਰ ਇਹਦੇ ਵਿੱਚ ਜਿਹੜਾ ਇੱਕ ਰਸਤਾ ਖੁੱਲ੍ਹਾ, ਜਿਹੜਾ ਮੇਰਾ ਕੱਲ੍ਹ ਵੀ ਮੇਰੀ ਗੱਲ ਹੋਈ ਸੀਗੀ ਜੀ, ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਜਾਂ ਪਰਮਾਨੈਂਟ ਰੈਜ਼ੀਡੈਂਸ ਨੇ, ਜੇ ਤੁਸੀਂ ਇੰਡੀਆ ਦੇ ਵਿੱਚੋਂ ਆਪਾਂ PCR ਟੈਸਟ ਕਰਾ ਕੇ ਜਾਂਦੇ ਹਾਂ, ਮੰਨ ਲਓ ਦੂਸਰੀ ਕੰਟਰੀ ਦੇ ਵਿੱਚ 12 ਘੰਟੇ ਜਾਂ 24 ਆਵਰ ਸਟੇ ਕਰਦੇ ਹਾਂ, ਉੱਥੋਂ ਜੇ ਕਰਕੇ ਆਪਣਾ ਪੋਜ਼ੀਟਿਵ ਔਰ ਨੈਗੇਟਿਵ ਜੋ ਵੀ ਆਉਂਦਾ ਵਟਐਵਰ, ਫਿਰ ਕੀ ਆਪਾਂ ਟਰੈਵਲ ਕਰ ਸਕਦੇ ਹਾਂ ਜੀ ਕੈਨੇਡਾ ਲਈ? ਦੇਖੋ, ਸਾਨੂੰ ਪਹਿਲਾਂ ਤਾਂ ਮੈਂ ਇਹ ਕਹਿਣਾ, ਕਿਉਂਕਿ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਉੱਥੇ ਕਹਿੰਦੇ ਆ ਬੈਠੇ ਨੇ, ਬਹੁਤ ਦੇਰ ਤੋਂ ਪ੍ਰਾਈਮ ਮਿਨਿਸਟਰ ਵੀ ਕਹਿ ਰਹੇ ਸੀ, ਮੈਂ ਵੀ ਬਾਰ-ਬਾਰ ਇਹੀ ਕਹਿ ਰਿਹਾ ਸੀ, ਸਾਡੇ ਜਿਹੜੇ ਚੀਫ ਮੈਡੀਕਲ ਆਫਿਸਰ ਉਹ ਵੀ ਕਹਿ ਰਹੇ ਸੀ, ਭਾਈ ਅਸੈਂਸ਼ੀਅਲ ਟਰੈਵਲ ਰੱਖੋ, ਜਿਹੜਾ ਨਾਨ ਅਸੈਂਸ਼ੀਅਲ ਟਰੈਵਲ ਉਹ ਬੰਦ ਕਰ ਦਿਓ ਜੀ। ਹੁਣ ਜਿਹੜੇ ਨਾਨ ਅਸੈਂਸ਼ੀਅਲ ਟਰੈਵਲ ਬੰਦ ਕੀਤਾ, ਜਦੋਂ ਮੈਂ ਦੇਖਦਾ ਮੈਨੂੰ ਤਾਂ ਚੰਦ ਕੁ ਰੀਜਨ ਦਿਖਦੇ ਆ ਜਿੱਥੇ ਕੋਈ ਬੰਦਾ ਟਰੈਵਲ ਕਰ ਸਕਦਾ, ਨਹੀਂ ਤਾਂ ਮੈਜੋਰਟੀ ਆਫ ਦਾ ਰੀਜਨ ਜਿਹੜਾ ਹੈਗਾ ਇਹ ਐਸ ਸਿਚੁਏਸ਼ਨ 'ਚ, particularly ਜਦੋਂ ਵੱਧ ਰਹੀ ਇੰਨੀ ਹਾਲਾਤ ਖਰਾਬ ਹੋਣ ਦੇਸ਼ਾਂ ਦੇ COVID-19 ਕਰਕੇ, ਟਰੈਵਲ ਕਰਨਾ ਬੰਦ ਕਰਨਾ ਚਾਹੀਦਾ ਸੀ। ਇਹ ਤਾਂ ਉਹਨਾਂ ਨੂੰ ਪਹਿਲਾਂ ਹੀ ਚਾਹੀਦਾ, ਕਿਉਂਕਿ ਹੁਣ ਜਿਹੜਾ ਇਸੇ ਕਰਕੇ ਜਿਹੜਾ ਇਮੀਡੀਏਟ ਸਟਾਪ ਲਾਇਆ ਉਹ ਇਸੇ ਲਈ ਲਾਇਆ ਕਿ ਜਿਹੜਾ ਇਮੀਡੀਏਟਲੀ ਅਸੀਂ ਜਿਹੜਾ ਫਲੋ ਕਰਨਾ ਬੰਦ ਕਰੀਏ, ਕਿਉਂਕਿ ਕੈਨੇਡਾ ਦੇ ਵਿੱਚ ਇੱਕ ਵੀ ਪੇਸ਼ੈਂਟ ਬਾਹਰੋਂ ਕੋਵਿਡ ਲੈ ਕੇ ਆਉਂਦਾ ਇੱਥੇ ਆ ਕੇ ਇਨਫੈਕਟ ਕਰਦਾ ਤਾਂ ਉਹ ਟੂ ਮੈਨੀ ਹੈ ਸਾਡੇ ਹਿਸਾਬ ਨਾਲ। ਸੋ ਅਸੀਂ ਇਹ ਨਹੀਂ ਚਾਹੁੰਦੇ ਕਿ ਇੱਕ ਵੀ ਪੈਸੇਂਜਰ ਬਾਹਰੋਂ ਆਵੇ ਜੋ ਕੈਨੇਡਾ ਦੇ ਲੋਕਾਂ ਦੇ ਲਈ ਔਰ ਕੈਨੇਡਾ ਦੇ ਲੋਕਾਂ ਦੀ ਸਿਹਤ ਲਈ ਜਿਹੜਾ ਵਾ ਉਹ ਖਤਰਾ ਜਿਹੜਾ ਵਾ ਉਹ ਬਣ ਸਕੇ, ਉਸ ਨੂੰ ਮੱਦੇਨਜ਼ਰ ਰੱਖ ਰਹੇ ਇਹ ਫੈਸਲੇ ਲੈ ਰਹੇ। ਜੇ ਲੋਕ ਕੋਈ ਆਲਟਰਨੇਟ ਮੀਨ ਲੱਭਣਾ ਚਾਹੁੰਦੇ ਨੇ, ਇੰਨਾ ਸੌਖਾ ਨਹੀਂ ਹੋਣਾ। ਇਹ ਵੀ ਹੋ ਸਕਦਾ, ਜਿਸ ਤਰ੍ਹਾਂ ਤੁਸੀਂ ਦੇਖਿਆ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 72 ਘੰਟਿਆਂ ਜੇ ਫਿਰ ਉਹ ਕਰੋਨਾ ਦਾ ਸ਼ਿਕਾਰ ਹੋ ਗਏ, ਪਹਿਲਾਂ ਟੈਸਟ ਕਰਾਇਆ ਹਿੰਦੁਸਤਾਨ ਤੋਂ ਨੈਗੇਟਿਵ ਆ ਗਿਆ ਤੇ ਫਿਰ ਆਉਂਦੇ ਰਾਤ ਪੋਜ਼ਿਟਿਵ ਹੋ ਗਏ, ਤਾਂ ਉਹ ਕਿਸੇ ਦੂਜੇ ਦੇਸ਼ 'ਚ ਬੈਠੇ ਰਹਿਣਗੇ, ਠੀਕ ਹੈ ਨੀ? ਦੂਜੇ ਦੇਸ਼ ਦੇ ਵਿੱਚ ਉਹਨਾਂ ਨੂੰ ਫਿਰ ਦੁਬਾਰਾ ਟੈਸਟ ਕਰਾ ਕੇ ਚੜ੍ਹਨਾ ਪਊਗਾ। ਜੇ ਉੱਥੇ ਆਉਂਦਿਆਂ ਬਾਈ ਦੀ ਵੇ ਰੱਬ ਨਾ ਕਰੇ ਉਹਨਾਂ ਦਾ ਟੈਸਟ ਜਿਹੜਾ ਪੋਜ਼ਿਟਿਵ ਆ ਜਾਂਦਾ ਤਾਂ ਫਿਰ ਉੱਥੇ ਰੋਲਰ ਰਹੀ ਵਾਲਾ ਕੰਮ ਹੋ ਜੂ, ਤਾਂ ਉਹ ਜਿਹੜੇ ਨੇ ਤਕਰੀਬਨ ਜਿੰਨੀ ਦੇਰ ਤੱਕ ਉਹ ਠੀਕ ਨਹੀਂ ਹੁੰਦੇ ਉਸ ਦਿਨ ਤੱਕ ਉਹ ਕੈਨੇਡਾ 'ਚ ਨਹੀਂ ਆ ਸਕਦੇ। ਇੱਕ ਧਾਰੀਵਾਲ ਸਾਹਿਬ ਹੋਰ ਗੱਲ ਜੀ, ਜਿਹੜੇ ਬੱਚੇ ਇੱਥੇ ਆ ਗਏ ਆ ਜਿਨ੍ਹਾਂ ਦੇ ਸਪਾਊਸ ਪਿੱਛੇ ਰਹਿ ਗਏ ਆ ਜੀ, ਉਹਨਾਂ ਦੇ ਵਿੱਚ ਨੋਰਮਲੀ ਫਾਈਲ ਲਾ ਦਿੱਤੀ ਜਾਂਦੀ ਸੀ, ਔਰ ਤੁਸੀਂ ਸ਼ਾਇਦ ਤੁਹਾਡੇ ਤੱਕ ਵੀ ਇਹ ਖਬਰਾਂ ਪਹੁੰਚੀਆਂ ਹੋਣ, ਚਾਹੇ ਪੰਜਾਬ ਨੂੰ ਲੈ ਲਈਏ, ਦਿੱਲੀ ਨੂੰ ਲੈ ਲਈਏ, ਉੱਥੇ ਬਾਹਰ ਖੜੇ ਜਿਹੜੇ ਉਹ ਬੱਚਿਆਂ ਦੇ ਜਿਹੜੇ ਉਹਨਾਂ ਦੇ ਨਾਲ ਦੇ ਸੀ ਉਹ ਪ੍ਰੋਟੈਸਟ ਕਰ ਰਹੇ ਨੇ ਵੀ ਸਾਡੀਆਂ ਫਾਈਲਾਂ ਨਹੀਂ ਚੱਕੀਆਂ ਜਾ ਰਹੀਆਂ ਲਾਸਟ ਈਅਰ ਵਾਲੀਆਂ, ਜਦ ਕਿ ਜਿਹੜੇ ਲੇਟੈਸਟ ਜਿਹੜੇ ਬੱਚੇ ਗਏ ਨੇ, ਜਿਵੇਂ ਜਿਹਨਾਂ ਨੂੰ 6 ਮਹੀਨੇ ਹੋ ਗਏ ਜਾਂ ਸਾਲ ਹੋ ਗਏ, ਉਹਨਾਂ ਦੀਆਂ ਫਾਈਲਾਂ ਨੂੰ ਤੁਸੀਂ ਮਤਲਬ ਪਹਿਲ ਦੇ ਰਹੇ ਹੋ, ਅਤੇ ਉਹਨਾਂ ਦੀ ਇਹਦੇ ਬਾਰੇ ਕੁਛ ਦੱਸੋ ਵੀ ਇਹ ਕੀ ਫੰਡਾ ਜੀ, ਕਿ ਵੈਸੇ ਹੀ ਕੋਈ ਨੋਰਮਲੀ ਰੂਟੀਨ ਦੇ ਵਿੱਚ ਚੱਲ ਰਿਹਾ ਜੀ? ਇਹ ਦੇਖੋ, ਇਹ ਮੇਰੇ ਨੋਟਿਸ ਤਾਂ ਨਹੀਂ ਆਇਆ, ਪਰ ਜੇ ਹੈ ਤਾਂ ਉਹ ਇਸ ਤਰ੍ਹਾਂ ਹੋ ਸਕਦਾ ਪੈਂਦਾ ਜੀ, ਜਿਹੜੀ ਨਵੀਆਂ ਐਪਲੀਕੇਸ਼ਨ ਹੁਣ ਅਸੀਂ ਲੈ ਰਹੇ ਹਾਂ ਜੀ ਇੱਥੇ ਕੈਨੇਡਾ ਦੇ ਵਿੱਚ, ਉਹ ਕੈਨੇਡਾ ਦੇ ਵਿੱਚ ਕੀ ਹੈਗਾ ਕਿ ਅਸੀਂ ਉਹਨੂੰ ਡਿਜੀਟਾਈਜ਼ ਕਰ ਰਹੇ ਹਾਂ ਜੀ। ਪਹਿਲੀ ਗੱਲ ਤਾਂ ਜੇ ਇਲੈਕਟ੍ਰੋਨਿਕ ਐਪਲੀਕੇਸ਼ਨ ਆ ਫਿਰ ਤਾਂ ਜਿੱਥੇ ਮਰਜ਼ੀ ਬੈਠੇ ਤੁਸੀਂ ਪ੍ਰੋਸੈਸ ਕਰ ਰਹੇ ਹੋ, ਠੀਕ ਹੈ, ਹੋ ਰਹੀ ਹੈ। ਜੇ ਉਹ ਨਹੀਂ ਹੈਗੀ ਤਾਂ ਅਸੀਂ ਡਿਜੀਟਾਈਜ਼ ਕਰ ਰਹੇ ਹਾਂ। ਸੋ ਇਸ ਕਰਕੇ ਜਿਹੜੀਆਂ ਬਹੁਤ ਪੁਰਾਣੀਆਂ ਐਪਲੀਕੇਸ਼ਨਸ ਨੇ, ਜੇ ਉਹ ਪੇਪਰ ਐਪਲੀਕੇਸ਼ਨ ਸੀਗੀਆਂ ਉਸ ਵੇਲੇ, ਤਾਂ ਉਹ ਪੇਪਰ ਐਪਲੀਕੇਸ਼ਨ ਇਸ ਵੇਲੇ ਐਕਸੈਸ ਨਹੀਂ ਹੋ ਰਹੀਆਂ, ਕਿਉਂਕਿ ਹੁਣ ਤੁਸੀਂ ਫਿਰ ਦੇਖੋ ਹਾਲਾਤ ਹਿੰਦੁਸਤਾਨ ਦੇ ਦਿੱਲੀ ਦੇ ਵਿੱਚ ਕਿੰਨੇ ਮਾੜੇ ਹੋ ਗਏ ਆ, ਤੇ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਹਾਲਾਤਾਂ ਦੇ ਵਿੱਚ ਅੰਬੈਸੀ ਜਿਹੜੀ ਆ ਫਿਰ ਖੁੱਲੀ ਰਹਿ ਗਈ। ਪਹਿਲਾਂ ਕਿੰਨੀ ਦੇਰ ਜਿਹੜੀ ਸੀ ਅੰਬੈਸੀ ਮਾਰਚ ਤੋਂ ਲੈ ਕੇ ਸਪਟੈਂਬਰ ਤੱਕ ਜਿਹੜੀ ਫੁੱਲ ਬੰਦ ਰਹੀ, ਉਸ ਤੋਂ ਬਾਅਦ ਜਿਹੜਾ ਵਾ ਮਿਨੀਮਲ ਸਟਾਫ ਦੇ ਨਾਲ ਉਹ ਕੰਮ ਕਰਦੀ। ਸੋ ਇਸ ਕਰਕੇ ਜਿਹੜੀਆਂ ਇਹ ਆਈਆਂ ਨੇ ਪ੍ਰੋਬਲਮਸ, ਉਹ ਸਿਰਫ ਤੇ ਸਿਰਫ ਇਹ ਸੀਗੀਆਂ ਕਿ ਉਹਨਾਂ ਦੀਆਂ ਪੇਪਰ ਐਪਲੀਕੇਸ਼ਨ ਸੀ। ਪੇਪਰ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ COVID-19 ਦੀ ਸਿਚੁਏਸ਼ਨ ਕਰਕੇ ਉਹ ਐਕਸੈਸ ਜਿਹੜਾ ਉਹਨਾਂ ਨੂੰ ਉਹ ਨਹੀਂ ਹੋ ਰਿਹਾ। ਇਸ ਵੇਲੇ ਨਾਲ ਸਾਡੀ ਪ੍ਰਾਇੋਰਟੀ ਜਿਹੜੀ ਹੈ ਉਹ ਸਟੂਡੈਂਟਸ ਐਂਡ ਸਪਾਊਸਸ ਹੈਗੇ ਆ, ਠੀਕ ਹੈ ਨਾ। ਪਿਛਲੇ ਸਾਲ ਦੇ ਅੰਤ ਤੱਕ ਅਸੀਂ ਜਿਹੜੇ ਸਪਾਊਸਲ ਕੇਸ 49,000 ਪ੍ਰੋਸੈਸ ਕੀਤੇ। ਇਸ ਵੇਲੇ ਵੀ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਇਸ ਵੇਲੇ ਇਹ ਹੋਏਗੀ ਵੀ ਜਿਹੜੇ ਸਪਾਊਸਲ ਕੇਸ ਹੈਗੇ ਆ ਤੇ ਸਟੂਡੈਂਟਸ ਜਿਹੜਾ ਆਉਣਾ ਚਾਹੁੰਦੇ ਨੇ, ਉਹਨਾਂ ਦੇ ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨੂੰ ਅਸੀਂ ਤਰਜੀਹ ਦਈਏ ਔਰ ਛੇਤੀ ਤੋਂ ਛੇਤੀ ਜਿਹੜੀਆਂ ਨੇ ਉਹਨੂੰ ਅਪਰੂਵ ਕਰੀਏ।
ਤੇ ਜੇ ਆਪਾਂ ਇਹਦੇ 'ਚ ਜਿਵੇਂ ਤੁਸੀਂ ਸਟੂਡੈਂਟ ਦੀ ਸੀ ਗੱਲ ਕੀਤੀ ਹੈ ਜੀ, ਤੇ ਕਈ ਫਿਰ ਆਪਾਂ ਲਾਸਟ ਈਅਰ ਵਾਲੀ ਗੱਲ ਕਰਦੇ ਹਾਂ ਵੀ ਉਹ ਫਿਰ ਵਰਿਡ ਨੇ ਵੀ ਸਾਡੇ ਵੀਜ਼ੇ ਲੱਗ ਗਏ ਸੀ, ਏਅਰਪੋਰਟਾਂ ਤੇ ਖੜੇ ਸੀ, ਅਸੀਂ ਜੇ ਇੱਥੇ ਸਟੱਡੀ ਸਟਾਰਟ ਕਰ ਲਈ ਮਾਈ ਵੀ ਅਸੀਂ ਸਾਲ ਹੀ ਇੱਥੇ ਰਹਿ ਜਾਈਏ ਫੇਰ ਹੀ ਅਸੀਂ ਜਾ ਸਕਾਂਗੇ। ਇਹਦੇ ਬਾਰੇ ਵੀ ਕੁਝ ਦੱਸੋ, ਇਹ ਬੜੀ ਕਨਫਿਊਜ਼ਨ ਆ ਜੀ, ਕਿਉਂਕਿ ਤੁਹਾਨੂੰ ਪਤਾ ਏਜੰਟ ਕਈ ਸਹੀ ਨਹੀਂ ਇਹਦੇ 'ਚ ਦੱਸ ਸਕਦੇ ਜੀ, ਇਹਦੇ ਬਾਰੇ ਕੁਝ ਦੱਸੋ। ਦੇਖੋ, ਜਿਹੜੀ ਮੇਨ ਗੱਲ ਤਾਂ ਇਹ ਸੀਗੀ ਕਿ ਪਹਿਲੀ ਗੱਲ ਤਾਂ ਜਦੋਂ ਵੀਜ਼ਾ ਮਿਲਿਆ ਸੀਗਾ ਅਸੀਂ ਵੇਟ ਕਰਦੇ ਰਹਿੰਦੇ ਹਾਂ, ਜੀ ਠੀਕ ਹੈ ਨਾ। ਵੀਜ਼ਾ ਮਿਲਿਆ ਨਹੀਂ ਤੇ ਤੁਸੀਂ ਚੜ੍ਹਨਾ ਚਾਹੀਦਾ ਇਹਨਾਂ ਹਾਲਾਤਾਂ 'ਚ, ਜੀ ਠੀਕ ਹੈ ਨਾ। ਜਿਹੜੇ ਬੈਠੇ ਵੇਟ ਕਰਦੇ ਰਹੇ, ਨਹੀਂ ਜੀ ਅਸੀਂ ਤਾਂ ਸੋਚਦੇ ਸੀ ਅਗਲੇ ਹਫ਼ਤੇ ਨਹੀਂ ਤਾਂ ਅਗਲੇ ਹਫ਼ਤੇ ਚਲੇ ਜਾਵਾਂਗੇ, 2 ਹਫ਼ਤੇ ਮਿਲ ਜਾਣਾ, ਅਜੇ ਅਸੀਂ ਚਾਚੇ ਨੂੰ ਮਿਲ ਜਾਣਾ। ਉਹ ਜਿਹੜਾ ਭੂਆ ਚਾਚੇ ਨੂੰ ਮਿਲਣ ਵਾਲਾ ਕੰਮ ਆ ਉਹ ਵਿੱਚ ਰਹਿ ਗਿਆ ਹੁਣ, ਠੀਕ ਹੈ ਨਾ ਜੀ। ਹੁਣ ਮੇਨ ਸਾਡਾ ਇਹ ਹੈਗਾ ਕਿ ਅਸੀਂ ਕੈਨੇਡਾ 'ਚ ਮੇਕ ਸ਼ੋਰ ਕਰਨਾ, ਸਾਡਾ ਜਿਹੜਾ ਗੌਰਮੈਂਟ ਦਾ ਮੁੱਢਲਾ ਫਰਜ਼ ਜਿਹੜਾ ਅਸੀਂ ਹੈਗਾ ਜਾਂ ਪ੍ਰਾਇਓਰਟੀ ਸਾਡੀ ਹੈਗੀ ਇਸ ਵੇਲੇ, ਚਾਹੇ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਗੇ ਨੇ, ਚਾਹੇ ਅਸੀਂ ਅੱਜ ਮੈਂਬਰ ਆਫ ਪਾਰਲੀਮੈਂਟ, ਚਾਹੇ ਸਾਡੇ ਚੀਫ ਮੈਡੀਕਲ ਆਫਿਸਰ, ਸਾਡਾ ਜਿਹੜਾ ਫੋਕਸ ਇਸ ਵੇਲੇ ਹੈਗਾ ਕਿ ਕੈਨੇਡੀਅਨ ਦੀ ਹੈਲਥ ਜਿਹੜੀ ਆ ਤੇ ਸੇਫਟੀ, ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪ੍ਰਾਇਓਰਟੀ ਦੇ ਕੇ ਬਰਕਰਾਰ ਰੱਖਣਾ। ਉਸ ਲਈ ਜੇ ਸਾਨੂੰ ਜਿਹੜੇ ਵੀ ਡਿਸੀਜਨ ਲੈਣੇ ਪੈਂਦੇ ਆ, ਉਹ ਡਿਸੀਜਨ ਜਿਹੜੇ ਨੇ ਉਹ ਮੈਂ ਉਹਨੂੰ ਸਟਰੋਂਗਲੀ ਮੈਂ ਪਹਿਲਾਂ ਐਡਵੋਕੇਟ ਵੀ ਕੀਤਾ ਔਰ ਮੈਂ ਇਹਨੂੰ ਐਪਰੀਸ਼ੀਏਟ ਵੀ ਕਰਦਾ ਕਿ ਸਾਨੂੰ ਸਖਤ ਤੋਂ ਸਖਤ ਜਿਹੜੇ ਨੇ, ਚਾਹੇ ਉਹ ਕੁਆਰੰਟੀਨ ਹੋਵੇ ਇੱਥੇ ਆ ਕੇ, ਚਾਹੇ ਉਹ ਟੈਸਟਿੰਗ ਦੀ ਸਿਚੁਏਸ਼ਨ ਹੋਵੇ, ਚਾਹੇ ਉਹ ਫਲਾਈਟਸ ਨੂੰ ਚਲਾਉਣਾ ਜਾਂ ਨਹੀਂ ਚਲਾਉਣਾ ਉਹਦੀ ਇਹ ਗੱਲਬਾਤ ਹੋਵੇ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਸਾਨੂੰ ਸਖਤ ਸਟੈਪਸ ਜਿਹੜੇ ਨੇ ਉਹ ਲੈਣੇ ਪੈਣੇ ਆ ਤਾਂ ਕਿ ਕੈਨੇਡੀਅਨ ਜਿਹੜੇ ਨੇ ਉਹ ਸੇਫ ਤੇ ਹੈਲਦੀ ਜਿਹੜੇ ਆ ਉਹ ਰਹਿ ਸਕਣ। ਕਿਉਂਕਿ ਜਿਵੇਂ ਤੁਹਾਡੀ ਗੱਲ ਦੇ ਵਿੱਚੋਂ ਹੀ ਗੱਲ ਨਿਕਲੀ ਜੀ ਵੀ ਜਿਹੜਾ ਸੇਫ ਆਪਾਂ ਕੁਆਰੰਟਾਈਨ ਹੋਣਾ ਚਾਹੁੰਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਇਹ ਸ਼ਿਕਾਇਤ ਸੀ ਜੀ, ਜਿਹੜੀ ਆਪਾਂ 3 ਦਿਨਾਂ ਲਈ ਅਕੋਮੋਡੇਸ਼ਨ ਦਿੰਦੇ ਹਾਂ ਉਹ ਤਾਂ ਪਹਿਲੀ ਜਿਹੜੀ ਹੋਟਲ ਦੇ ਵਿੱਚ ਦਿੰਦੇ ਹਾਂ ਆਪਾਂ, ਜਦੋਂ ਏਅਰਪੋਰਟ 'ਤੇ ਆਪਣਾ ਆ ਕੇ ਟੈਸਟ ਹੋ ਜਾਂਦਾ ਜੀ, ਉਹਦੇ ਵਿੱਚ ਆਪਾਂ ਇਹ ਦੇਖਿਆ ਜਾਂਦਾ ਵੀ ਸਾਡਾ ਨੈਗੇਟਿਵ ਹੋਣਾ ਜਾਂ ਪੋਜ਼ੀਟਿਵ ਹੋਣਾ, ਪਰ ਉਹਦੇ ਬਾਅਦ ਵਾਲੇ ਜਿਹੜੇ 11 ਦਿਨ ਆ ਉਹ ਕਾਲਜ ਕੰਨਿਓ ਦਿੱਤੇ ਜਾਂਦੇ ਨੇ। ਔਰ ਕਈਆਂ ਦੀ ਇਹ ਸ਼ਿਕਾਇਤ ਹੁੰਦੀ ਆ ਵੀ ਸਾਨੂੰ ਜਿਵੇਂ ਕਜੀਜੀ ਵਗੈਰਾ 'ਤੇ ਲੱਗਿਆ ਹੁੰਦਾ ਵੀ ਸਾਡੇ ਕੋਲੇ ਆ ਕਰੋ, ਇੱਕ ਕਮਰੇ ਦੇ ਵਿੱਚ 4-4 ਜਣਿਆਂ ਨੂੰ ਵਾੜ ਦਿੰਦੇ ਆ। ਇਹਦੇ ਬਾਰੇ ਮਤਲਬ ਕਿਉਂ ਨਹੀਂ ਕੋਈ ਸਖਤੀ ਹੋ ਰਹੀ ਜੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ, ਉਹ ਨਵੇਂ ਆਏ ਆ ਜੀ ਬਿਲਕੁਲ ਹੀ, ਔਰ ਉਹਨਾਂ ਨੇ ਜੋ ਆਨਲਾਈਨ ਦੇਖਿਆ ਉਹ ਉਹਨੂੰ ਸੱਚ ਮੰਨਦੇ ਨੇ, ਕਿਉਂਕਿ ਆਪਣੇ ਇੱਥੇ ਕੰਪਿਊਟਰਾਈਜ਼ ਸਿਸਟਮ, ਜਿਵੇਂ ਤੁਸੀਂ ਕਿਹਾ ਵੀ ਡਿਜੀਟਲ ਸਿਸਟਮ ਸਾਰਾ ਹੋ ਗਿਆ ਜੀ, ਉਹਦੇ ਬਾਰੇ ਕਾਰਵਾਈ ਕੈਨੇਡੀਅਨ ਗਵਰਨਮੈਂਟ ਕਿਉਂ ਨਹੀਂ ਕਰਦੀ? ਕਿਉਂਕਿ ਜਿੰਨਾ ਵੀ ਉਹਨਾਂ ਨੂੰ ਜਿਹੜਾ ਲਾਸ ਆ ਉਹਨਾਂ ਨੂੰ ਭਰਨਾ ਪੈਂਦਾ, ਕਿਉਂਕਿ ਉਹਨਾਂ ਨੂੰ ਆਲਰੇਡੀ ਉਹ ਪੇ ਕਰ ਚੁੱਕੇ ਹੁੰਦੇ ਆ। ਦੇਖੋ, ਤੁਸੀਂ ਜਿਸ ਤਰ੍ਹਾਂ ਕਿਹਾ ਹੈਗਾ ਕਿ 4 ਜਣਿਆਂ ਨੂੰ ਇੱਕ ਰੂਮ 'ਚ ਵਾੜਦੇ ਆ, ਇਹ ਬਿਲਕੁਲ ਗਲਤ ਆ। ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਅੱਜ ਕੱਲ੍ਹ ਐ ਨਹੀਂ ਕਹਿ ਸਕਦੇ, ਸਟੂਡੈਂਟ ਬੜੇ ਇੰਟੈਲੀਜੈਂਟ ਬੱਚੇ ਔਰ ਬੜੇ ਲਰਨਡ ਬੱਚੇ ਆ ਰਹੇ ਆ, ਔਰ ਅੱਜ ਕੱਲ੍ਹ ਜਿਹੜਾ ਹੈਗਾ ਜਿਹੜਾ ਉਹਨਾਂ ਨੂੰ ਕੰਪਿਊਟਰ ਯੁੱਗ ਦੇ ਵਿੱਚ ਉਹਨਾਂ ਨੂੰ ਸਾਰਾ ਜਿਹੜਾ ਨੌਲੇਜ ਹੈਗਾ ਜੀ, ਜੇ ਇਹੋ ਜਿਹੀ ਸਥਿਤੀ ਪੈਦਾ ਹੁੰਦੀ ਆ ਤਾਂ ਉਹਨਾਂ ਨੂੰ ਚਾਹੀਦਾ ਉਹ ਹੈਲਥ BC ਚਾਹੁੰਦੇ ਤਾਂ BC ਨੂੰ, ਜੇ ਕਿਸੇ ਹੋਰ ਸੂਬੇ ਚਾਹੁੰਦੇ ਉੱਥੇ, ਜਾਂ ਜਿਹੜੀ ਉੱਥੇ ਦੀ ਪੁਲਿਸ ਹੈਗੀ ਉਹਨੂੰ ਉਹ ਕਹਿਣ ਵੀ ਸਾਨੂੰ ਜਿਹੜੇ 4 ਜਣਿਆਂ ਨੂੰ, ਕਿਉਂਕਿ ਇਹ ਰੂਲ ਹੈਗਾ ਕਿ ਜੇ ਕੁਆਰੰਟੀਨ ਕਰਨਾ ਹੈਗਾ ਤਾਂ ਇੱਕ ਜਾਣਾ ਤੇ ਉਹਦਾ ਆਪਣਾ ਇੰਡੀਵਿਜੂਅਲ ਵਾਸ਼ਰੂਮ ਹੋਣਾ ਚਾਹੀਦਾ। ਜੇ ਕੋਈ ਕਾਲਜਾਂ ਵਾਲਾ ਇਸ ਤਰ੍ਹਾਂ ਕਰਦਾ ਹੈਗਾ 4 ਜਣਿਆਂ ਨੂੰ ਇੱਕ ਰੂਮ 'ਚ ਬੰਦ ਕਰਦਾ, ਉਹ ਜਿਹੜਾ ਉਹਨਾਂ ਦੀ ਸਿਹਤ ਲਈ ਖਤਰੇ 'ਚ ਪਾ ਰਿਹਾ, ਔਰ ਉਹ ਜਿਹੜੇ ਨੇ ਇਸ ਗੱਲ ਲਈ ਉਹਨਾਂ ਨੂੰ ਵੱਡੇ ਜੁਰਮਾਨੇ ਵੀ ਹੋ ਸਕਦੇ ਆ ਔਰ ਕੈਦ ਵੀ ਜਿਹੜੀ ਆ ਉਹ ਹੋ ਸਕਦੀ ਹੈ। ਤਾਂ ਸਟੂਡੈਂਟ ਜਿਹੜੇ ਨੇ ਜਾਂ ਬੱਚੇ ਜਿਨ੍ਹਾਂ ਨਾਲ ਇਹ ਹੋ ਰਿਹਾ, ਜਾਂ ਜਿਹੜਾ ਕੋਈ ਹੋਰ ਯਾਤਰੀ ਹੈਗਾ, ਉਹਨਾਂ ਨੂੰ ਚਾਹੀਦਾ ਕਿ ਉਹ ਛੇਤੀ ਤੋਂ ਛੇਤੀ ਜਿਹੜੀ ਆ ਇਹ ਰਿਪੋਰਟ ਜਿਹੜੀ ਆ ਉਹ ਕੈਨੇਡਾ ਨੂੰ ਜਾਂ ਹੈਲਥ BC ਜਾਂ ਟੈਰੀਓ ਜਿੱਥੇ ਵੀ ਉਹ ਹੈਗੇ ਨੇ ਉੱਥੇ ਉਹ ਜ਼ਰੂਰ ਕਰਨ। ਤੇ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਧਾਰੀਵਾਲ ਸਾਹਿਬ, ਮੇਰਾ ਆਖਰੀ ਸਵਾਲ ਇਹੀ ਆ ਵੀ ਤੁਸੀਂ ਆਪਣੇ ਕੰਨਿਓ ਜੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕਿਉਂਕਿ ਜਿਹੜੇ ਲੋਕ ਥੋੜ੍ਹੇ ਜਿਹੇ ਇੱਥੇ ਬਹਿ ਕੇ ਲਾਸਟ ਈਅਰ ਵਾਂਗੂ ਥੋੜ੍ਹੇ ਪਰੇਸ਼ਾਨ ਨੇ ਵੀ ਸਾਡਾ ਕੀ ਹੋਊਗਾ ਜਾਂ ਸਾਡਾ ਨੰਬਰ ਆਊਗਾ ਕਿ ਨਹੀਂ ਆਊਗਾ, ਕਈ ਬਿਮਾਰ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਇੱਥੇ ਜ਼ਿਆਦਾ ਭਰੋਸਾ ਹੁੰਦਾ ਜੀ। ਤੁਹਾਨੂੰ ਪਤਾ ਇੱਥੇ ਦੇ ਥੋੜ੍ਹੇ ਸਿਸਟਮ ਦੇ ਨਾਲ ਉਹ ਨਹੀਂ ਆਪਣੇ ਮੈਚ ਹੁੰਦੇ, ਉਹਨਾਂ ਨੂੰ ਹੁੰਦਾ ਵੀ ਛੇਤੀ ਛੇਤੀ ਅਸੀਂ ਉੱਥੇ ਪਹੁੰਚੀਏ, ਪਰ ਇਹ ਨਹੀਂ ਆਓ ਲੋਕਡਾਊਨ ਲੱਗ ਗਿਆ। ਇਹਦੇ ਬਾਰੇ ਤੁਸੀਂ ਕੁਛ ਆਪਣੇ ਕੰਨਿਓ ਜੇ ਕੋਈ ਮੈਸੇਜ ਦੇਣਾ ਚਾਹੋ ਜੀ। ਮੈਸੇਜ ਬੜਾ ਕਲੀਅਰ ਹੈ ਜੀ। ਦੇਖੋ, ਪਹਿਲਾਂ ਹੀ ਜੇ ਬੰਦਰੀ ਦੇਖਿਆ ਜਾਵੇ ਤਾਂ ਪਹਿਲੀ ਗੱਲ ਤਾਂ ਅਸੀਂ ਇਹਨਾਂ ਨੂੰ ਜਾਣਾ ਨਹੀਂ ਚਾਹੀਦਾ ਜਿਹੜੇ ਉੱਥੇ ਬੈਠੇ ਹੈਗੇ, ਅਨਲੈਸ ਜਿਹੜਾ ਸੀ ਕੋਈ ਰੀਜਨ ਐਸਾ ਸੀਗਾ ਜਿਹੜਾ ਐਸੈਂਸ਼ੀਅਲ ਰੀਜਨ ਸੀ, ਜਿਹਨੂੰ ਬਿਲਕੁਲ ਜਿਹੜਾ ਸੀ ਉਹ ਅਵੋਇਡ ਨਹੀਂ ਸੀ। ਕੋਈ ਹੁਣ ਜੇ ਕਹੇ ਵੀ ਮੈਂ ਜ਼ਮੀਨ ਦੀ ਰਜਿਸਟਰੀ ਕਰਾਉਣ ਆਇਆ ਜਾਂ ਮੈਂ ਵਿਆਹ ਤੇ ਆਇਆ ਹਾਂ, ਇਹ ਜਿਹੜੇ ਨੇ ਇਹ ਅੱਜ ਦੇ ਸਿਚੁਏਸ਼ਨ ਦੇ ਵਿੱਚ ਜਾਂ ਮਾਮਲਾ ਲੈਣਾ, ਇਹ ਉਹ ਹਾਲਾਤ ਨਹੀਂ ਗਏ। ਉਹਨਾਂ ਨੂੰ ਇਹ ਚਾਹੀਦਾ ਨਹੀਂ ਸੀ ਪਹਿਲੀ ਗੱਲ। ਹੁਣ ਉਹ ਉੱਥੇ ਬੈਠੇ ਨੇ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰ ਰਹੀ ਕਿ ਜਿੱਥੇ ਜਿੱਥੇ ਉਹ ਆਪਣੇ ਘਰਾਂ 'ਚ ਬੈਠੇ ਨੇ, ਮਿਨੀਮਲ ਜਿਹੜਾ ਵਾ ਉਹ ਬਾਹਰ ਜਾਣ, ਫਿਜ਼ੀਕਲ ਡਿਸਟੈਂਸ ਮੇਨਟੇਨ ਕਰਨ, ਮਾਸਕ ਪਹਿਨ ਕੇ ਰੱਖਣ, ਸੈਨੀਟਾਈਜ਼ ਹੱਥ ਕਰਨ, ਬਾਰ-ਬਾਰ ਹੱਥ ਧੋਣ, ਔਰ ਇਹ ਜਿਹੜਾ ਵਾ ਇਹ ਬਹੁਤ ਜ਼ਰੂਰੀ ਆ ਕਿ ਉਹ ਆਪਣੀ ਸਿਹਤ ਨੂੰ ਜਾਂ ਨਾਲਦਿਆਂ ਦੀ ਸਿਹਤ ਨੂੰ ਇਸ ਵੇਲੇ ਖਤਰੇ 'ਚ ਨਾ ਪਾਉਣ। ਜਿਹੜੇ ਹਾਲਾਤ ਨੇ, ਮੈਂ ਹਿੰਦੁਸਤਾਨ ਦੇ ਬੜੀ ਹਮਦਰਦੀ ਹੈ ਮੈਨੂੰ ਹਿੰਦੁਸਤਾਨ ਦੇ ਲੋਕਾਂ ਦੇ ਨਾਲ, ਕਿਉਂਕਿ
ਇੱਥੋਂ ਅਸੀਂ ਗਏ ਹੈਗੇ ਆ। ਜੋ ਅੱਜ ਹਾਲਾਤ ਅਸੀਂ ਦੇਖ ਰਹੇ ਹਾਂ ਜਾਂ ਸੁਣ ਰਹੇ ਹਾਂ, ਰੱਬ ਕਰੇ ਕਿ ਜਲਦੀ ਤੋਂ ਜਲਦੀ ਜਿਹੜਾ ਉੱਥੇ ਸੁਧਾਰ ਹੋਵੇ, ਤੇ ਜਿਹੜੇ ਲੋਕ ਵੇਟ ਕਰ ਰਹੇ ਇੱਥੇ ਆਉਣ ਦੀ ਕੈਨੇਡਾ ਨੂੰ, ਤੇ ਹੋਪਫੁਲੀ ਜਿਹੜੇ ਹਾਲਾਤ ਨੇ ਉਹ ਸੁਧਰ ਜਾਣਗੇ। ਤੇ ਜਦੋਂ ਸੁਧਰਦੇ ਆ ਫਿਰ ਇੱਕਦਮ ਉਹਨਾਂ ਨੂੰ ਚਾਹੀਦਾ ਕਿ ਉਦੋਂ ਵਹੀਰਾਂ ਜਿਹੜੀਆਂ ਨੇ ਉਹ ਕਰ ਦੇਣੀਆਂ ਚਾਹੀਦੀਆਂ, ਫਿਰ ਵੇਟ ਕਰਨ ਬਈ ਜੀ ਹੁਣ ਸਾਡੇ ਲਈ, ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਐਵਰੀਡੇ ਕਹਿ ਕੇ ਜਿਹੜੀ ਮਤਲਬ ਹੁਣ ਕਈ ਮਹੀਨਿਆਂ ਤੋਂ ਸੀ। ਤੇ ਮੇਰੀ ਇਹੀ ਬਸ ਬੇਨਤੀ ਕਿ ਜਿੱਥੇ ਵੀ ਹੈਗੇ ਨੇ ਸੇਫ ਰਹੋ, ਹੈਲਦੀ ਰਹੋ, ਤੇ ਜੇ ਤੁਸੀਂ ਤੰਦਰੁਸਤ ਹੋ, ਤੁਹਾਡੀ ਹੈਲਥ ਠੀਕ ਆ, ਤੇ ਇਸ ਤੋਂ ਉੱਤੇ ਜਿਹੜੀ ਆ ਹੋਰ ਕੋਈ ਚੀਜ਼ ਨਹੀਂ, ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ। ਇਹੀ ਮੇਰੀ ਉਹਨਾਂ ਨੂੰ ਬੇਨਤੀ ਹੈ। ਸੋ ਧਾਰੀਵਾਲ ਸਾਹਿਬ, ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਫਿਰ ਇੱਕ ਵਾਰ ਤੁਹਾਨੂੰ, ਔਰ ਡੇਲੀ ਪੰਜਾਬ ਜਿਹੜਾ ਪੋਸਟ ਹੈਗਾ ਇਹਦੇ ਸਮੂਹ ਦਰਸ਼ਕਾਂ ਨੂੰ ਧੰਨਵਾਦ। ਸਤਿ ਸ਼੍ਰੀ ਅਕਾਲ।